ਅੱਜ ਦੇ ਇਸ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਜਿੰਨੇ ਵੀ ਸਾਡੇ ਕੋਲ ਵੀਰ ਭੈਣ ਹਨ, ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਸਿੱਧ ਗੋਸ਼ਟੀ ਬਾਣੀ ਨੂੰ ਹੀ ਲਗਾਤਾਰ ਅੱਗੇ ਜਾਰੀ ਰੱਖਾਂਗੇ। ਸਭ ਤੋਂ ਪਹਿਲਾਂ ਮੂਲ ਮੰਤਰ ਗੁਰ ਮੰਤਰ ਦਾ ਜਾਪ ਆਪਾਂ ਬੈਠ ਕੇ ਕਰੀਏ, ਤਦ ਕਿ ਸਾਡੀਆਂ ਸੁਰਤੀਆਂ ਬਿਰਤੀਆਂ ਉਸ ਕਰਤਾਰ ਦੇ ਚਰਨਾਂ ਵਿੱਚ ਜੁੜਨ ਔਰ ਗੁਰੂ ਕੋਲੋਂ ਆਪਣੇ ਵਿਚਾਰਾਂ ਨੂੰ ਸਹੀ ਢੰਗ ਨਾਲ ਇੱਕ ਦੂਜੇ ਨੂੰ ਸਮਝਾਉਣ ਦੀ ਮੰਗ ਕਰੀਏ। ਪਾਤਸ਼ਾਹ ਜੀ ਸਾਨੂੰ ਬਲ ਬਖਸ਼ਿਓ, ਅਸੀਂ ਇਹ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰੀਏ ਔਰ ਇਹਨਾਂ ਵਿਚਾਰਾਂ ਤੇ ਪਹਿਰਾ ਦਈਏ। ਅਸੀਂ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਦੇ ਹਾਂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਬਚਨਾਂ ਨੂੰ ਸਮਝਾਉਣ ਦੀ ਇਹ ਸੁਭਾਗ ਪ੍ਰਾਪਤ ਹੋਇਆ। ਸਿੱਧ ਗੋਸ਼ਟੀ ਦੀ ਬਾਣੀ ਜਿਹੜੀ ਆਪਾਂ ਆਰੰਭ ਕੀਤੀ ਹੋਈ ਹੈ, ਪਿਛਲੀਆਂ 30 ਪੌੜੀਆਂ ਦੀ ਵਿਚਾਰ ਆਪਾਂ ਸਿੱਧ ਗੋਸ਼ਟੀ ਇਸ ਬਾਣੀ ਦੀਆਂ ਕਰ ਚੁੱਕੇ ਹਾਂ। ਅੱਜ 31ਵੀਂ ਪੌੜੀ ਤੋਂ ਸਤਿਗੁਰੂ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਆਰੰਭ ਹੋਏਗੀ। ਆਪ ਜੀ ਵੱਲੋਂ ਦਿੱਤੇ ਹੋਏ ਸੁਝਾਵਾਂ ਦੇ ਮੁਤਾਬਕ ਬੁੱਧਵਾਰ ਦਾ ਜਿਹੜਾ ਸਮਾਂ ਸੀ ਉਹ ਬਦਲ ਕੇ ਸ਼ੁੱਕਰਵਾਰ ਕੀਤਾ ਗਿਆ, ਤਾਂ ਕਿ ਕੰਟੀਨਿਊ ਬਣੀ ਰਹੇ ਜਿਹੜੀ ਅਸੀਂ ਸਿੱਧ ਗੋਸ਼ਟੀ ਬਾਣੀ ਸੋਮ ਮੰਗਲ ਬੁੱਧ ਵੀਰਵਾਰ ਜਾਂ ਸੋਮਵਾਰ ਸਵਾਲ ਜਵਾਬ ਹੁੰਦੇ ਹਨ, ਮੰਗਲ ਬੁੱਧ ਵੀਰ ਕਿ ਸਾਡਾ ਸੰਪਰਕ ਲਿੰਕ ਜਿਹੜਾ ਹੈ ਉਹ ਬਣਿਆ ਰਹੇ। ਸ਼ੁੱਕਰਵਾਰ ਨੂੰ ਸਾਹਿਬ ਪ੍ਰਭ ਕੀਰਤਨ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਾਲੇ ਉਹ ਹੁਕਮ ਕਰਮ ਸਿਧਾਂਤ ਦੇ ਉੱਤੇ ਆਪਣੇ ਵਿਚਾਰ ਸ਼ੁੱਕਰਵਾਰ ਨੂੰ ਦੇਣਗੇ। ਉਹਨਾਂ ਦੀ ਸਹਿਮਤੀ ਨਾਲ ਹੀ ਇਹ ਸਾਰਾ ਅੱਜ ਦਾ ਇਹ ਪ੍ਰੋਗਰਾਮ ਬਣਿਆ। ਅੱਗੋਂ ਵੀ ਇਸੇ ਤਰ੍ਹਾਂ ਹੀ ਸ਼ੁੱਕਰਵਾਰ ਦਾ ਹੀ ਉਹ ਸਮਾਂ ਜਿਹੜਾ ਹੈ ਉਹਨੂੰ ਬਦਲਿਆ ਗਿਆ ਹੈ। ਕੱਲ ਦੇ ਜਿਹੜੀ 30ਵੀਂ ਪੌੜੀ ਦੀ ਆਪਾਂ ਵਿਚਾਰ ਕੀਤੀ ਸੀ ਕਿ ਕਰਤਾਰ ਨੇ, ਉਸ ਮਾਲਕ ਨੇ, ਸੱਚੇ ਪਾਤਸ਼ਾਹ ਨੇ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਉਹਨੂੰ ਸਮਝ ਆ ਜਾਂਦੀ ਹੈ ਧਰਤੀ ਦੀ ਸਾਜਨਾ ਕਿਵੇਂ ਹੋਈ। ਜਿਹੜਾ ਸਵਾਲ ਸਿੱਧਾ ਨੇ ਪੁੱਛਿਆ ਸੀ ਸਤਿਗੁਰੂ ਜੀ ਦੀ ਹੁਣ ਇਹਨਾਂ ਪੌੜੀਆਂ ਪੰਜਾਂ ਦੇ ਵਿੱਚ 27, 28, 29, 30, 31 ਪੰਜ ਪੌੜੀਆਂ 'ਚ ਲਗਾਤਾਰ ਉਹਨਾਂ ਦੀ ਵਿਚਾਰ ਦਿੰਦੇ ਆ ਰਹੇ ਹਨ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਨ ਦਾ ਹਰ ਸਿਧਾਂਤ, ਹਰ ਤੱਤ ਜਿਹੜਾ ਹੈ ਉਹ ਸਿੱਧ ਗੋਸ਼ਟੀ ਦੀ ਬਾਣੀ ਵਿੱਚ ਰੱਖਿਆ ਹੋਇਆ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਬਾਣੀ, ਹਰ ਰਚਨਾ ਵਿੱਚ ਹੀ
ਜੀਵਨ ਦਾ ਹਰ ਸਿਧਾਂਤ ਮਿਲ ਜਾਂਦਾ ਹੈ। ਲੇਕਿਨ ਸਿੱਧ ਗੋਸ਼ਟ ਇੱਕ ਐਸੀ ਹੈ ਜਿਹੜੀ ਸਿੱਧਾਂ ਵੱਲੋਂ ਪੁੱਛੇ ਹੋਏ ਪ੍ਰਸ਼ਨ ਕੇਵਲ ਸਿੱਧਾਂ ਦੇ ਪ੍ਰਸ਼ਨ ਨਹੀਂ ਹਨ। ਇਹ ਸਾਡੇ ਹਰ ਜਗਿਆਸੂ ਜੋ ਧਰਮ ਦੇ ਮਾਰਗ ਤੇ ਕਦਮ ਰੱਖਦਾ ਹੈ, ਨਹੀਂ ਵੀ ਰੱਖਦਾ, ਉਹਨਾਂ ਦੇ ਅੰਦਰ ਵੀ ਇਹ ਸਵਾਲ ਖੜੇ ਹੋ ਹੀ ਜਾਂਦੇ ਹਨ। ਕਿੱਥੋਂ ਬਣਿਆ ਸੰਸਾਰ, ਕਿਵੇਂ ਬਣਿਆ, ਕਿਵੇਂ ਧਰਤੀ ਬਣੀ, ਇਹ ਸਾਰੇ ਸਵਾਲ ਜਿਹੜੇ ਹਨ, ਜਾਂਦਾ ਕਿੱਥੇ ਹੈ ਜੀਵ, ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਇਹ ਕੁਝ ਵਿਚਾਰਾਂ ਆਪਾਂ ਪਿੱਛੇ ਕੀਤੀਆਂ ਹਨ। ਤੇ ਕੱਲ ਦੀ ਜਿਹੜੀ ਵਿਚਾਰ ਕੀਤੀ ਸੀ ਵੀ ਗੁਰਮੁਖ ਜਿਹੜਾ ਗੁਰੂ ਦਾ ਅਨੁਸਾਰੀ ਹੋ ਜਾਂਦਾ, ਗੁਰੂ ਦੇ ਦੱਸੇ ਰਸਤੇ ਤੇ ਚੱਲ ਪੈਂਦਾ ਹੈ, ਉਸ ਨੂੰ ਸਾਰੀ ਸਮਝ ਆ ਜਾਂਦੀ ਹੈ ਕਿ ਸੰਸਾਰ ਦੀ ਉਤਪਤੀ ਕਰਤਾਰ ਨੇ ਕੀਤੀ ਹੈ ਔਰ ਸੰਸਾਰ ਦਾ ਨਾਸ਼ ਵੀ ਉਸ ਪਰਮੇਸ਼ਰ ਹੀ ਕਰ ਸਕਦਾ ਹੈ। ਇਹ ਖੇਡ ਉਸ ਕਰਤਾਰ ਦੀ ਹੈ, ਇਸ ਤੋਂ ਇਲਾਵਾ ਹੋਰ ਕੋਈ ਤਾਕਤ, ਹੋਰ ਕੋਈ ਸ਼ਕਤੀ ਨਹੀਂ ਹੈ। ਉਹ ਜਿਹੜੀਆਂ ਮਨੌਤਾਂ ਸਨ ਕਿ ਰੱਬ ਉਸ ਸ਼ੇਸ਼ਨਾਗ ਦੀ ਸੇਜਾ ਤੇ ਆ ਕੇ ਸੌਂ ਕੇ ਉਹਨੇ ਦੈਂਤ ਪੈਦਾ ਕੀਤੇ, ਦੈਂਤ ਹੰਕਾਰੀ ਹੋ ਗਏ, ਮਾਰੇ, ਉਹਨਾਂ ਦੀ ਰੱਤ ਤੇ ਮਿੱਝ ਦੇ ਨਾਲ ਉਹ ਜਿਹੜਾ ਸਮੁੰਦਰ ਦੀ ਤਹਿ ਜੰਮ ਗਈ, ਉਹ ਧਰਤੀ ਬਣ ਗਈ, ਦੂਜੇ ਕੰਨ ਚੋਂ ਮੈਲ ਕੱਢੀ ਤੇ ਲੋਕਾਂ ਨੂੰ ਬਣਾ ਦਿੱਤਾ। ਇਹ ਸਭ ਮਨੌਤਾਂ ਹਨ, ਇਤਿਹਾਸਿਕ ਸੱਚਾਈ ਇਹਦੇ ਵਿੱਚੋਂ ਪ੍ਰਤੀਤ ਨਹੀਂ ਹੁੰਦੀ। ਸੱਚਾਈ ਇਹ ਹੈ ਵੀ ਕਰਤਾਰ ਨੇ ਆਪਣਾ ਹੁਕਮ ਕੀਤਾ, ਕੀਤਾ ਫਸਾਓ, ਏਕੋ ਕਵਾਓ। ਇੱਕ ਹੁਕਮ ਨਾਲ ਹੀ ਉਹਨੇ ਸਾਰੀ ਧਰਤੀ ਦੀ ਸਿਰਜਣਾ ਕਰ ਦਿੱਤੀ, ਸਭ ਜੀਵ ਜੰਤੂ ਪੈਦਾ ਕੀਤੇ, ਇਸਤਰੀ ਪੁਰਸ਼ ਉਸਨੇ ਬਣਾਏ, ਸੰਸਾਰ ਦੀ ਉਤਪਤੀ ਦਾ ਸਾਧਨ ਬਣਾਇਆ। ਕਰਤਾਰ ਨੇ ਕੁਦਰਤ ਦੀ ਰਚਨਾ ਕੀਤੀ ਤੇ ਕੁਦਰਤ ਦੇ ਵਿੱਚ ਅਸੀਂ ਸਾਰੇ ਹੀ ਉਸ ਦੀਆਂ ਕਠਪੁਤਲੀਆਂ ਹਾਂ। ਜਿਵੇਂ ਜਿਵੇਂ ਉਹ ਨਚਾਉਂਦਾ ਹੈ ਅਸੀਂ ਨੱਚ ਰਹੇ ਹਾਂ। ਉਹ ਕਰਤਾਰ ਦੀ ਡੁਗਡੁਗੀ ਵੱਜਦੀ ਹੈ, ਜਗਤ ਤਮਾਸ਼ਾ ਖੇਡ ਰਿਹਾ ਹੈ। ਇਸ ਤਮਾਸ਼ੇ ਵਿੱਚ ਕੁਝ ਤਾਂ ਅਸਲੀਅਤ ਨੂੰ ਪਛਾਣ ਜਾਂਦੇ ਹਨ ਤੇ ਕੁਝ ਐਸੇ ਹਨ ਜਿਹੜੇ ਅਸਲੀਅਤ ਨੂੰ ਨਹੀਂ ਪਛਾਣਦੇ ਤੇ ਉਹ ਫਿਰ ਭੁਲੇਖੇ ਵਿੱਚ ਪੈ ਜਾਂਦੇ ਹਨ। ਉਹਨਾਂ ਨੂੰ ਸੰਸਾਰ ਦੀ ਨਾਸ਼ਵੰਤਤਾ ਦਾ ਯਾਦ ਹੀ ਨਹੀਂ ਰਹਿੰਦਾ। ਇਸੇ ਵਾਸਤੇ ਉਹਨਾਂ ਲੋਕਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਤੇ ਉਹਨਾਂ ਨੂੰ ਮਨਮੁਖ ਕਿਹਾ ਗਿਆ ਹੈ। ਕਰਤਾਰ ਨੇ, ਮਾਲਕ ਨੇ, ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਬੁੱਧੀ ਬਖਸ਼ੀ ਹੈ, ਉਹ ਇਹ ਗੱਲ ਸਮਝ ਲੈਂਦੇ ਹਨ ਕਿ ਧਰਤੀ ਧਰਤ ਕਮਾਉਣ ਲਈ ਹੈ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਮਾਲਕ ਨੇ ਧਰਤੀ ਥਾਪੀ ਹੈ, ਧਰਮ ਕਮਾਉਣ ਲਈ ਹੈ। ਤੇ ਧਰਮ ਕਮਾਉਣ ਦੀ ਜਿਹੜਾ ਸਥਾਨ ਹੈ, ਹੁਣ ਜਿਨ੍ਹਾਂ ਨੇ ਇਹ ਫਰਜ਼ ਪਛਾਣਿਆ, ਧਰਮ ਕਮਾਉਣ ਦੀ ਗੱਲ ਪਹਿਚਾਣ ਲਈ, ਉਹ ਤਾਂ ਗੁਰੂ ਕੇ ਪਿਆਰ ਵਾਲੇ ਗੁਰਮੁਖ ਬਣ ਜਾਂਦੇ, ਗੁਰੂ ਅਨੁਸਾਰੀ ਹੁੰਦੇ ਹਨ। ਪਰ ਜਿਨ੍ਹਾਂ ਨੇ ਇਹ ਆਪਣੀ ਡਿਊਟੀ ਨਹੀਂ ਪਛਾਣੀ, ਉਹਨਾਂ ਨੂੰ ਮਨਮੁਖ, ਸਾਖਤ, ਹੋਰ ਕਿਤਨੇ ਹੀ ਪਦਵੀਆਂ ਜਿਹੜੀਆਂ ਹਨ, ਡਿਗਰੀਆਂ ਜਿਹੜੀਆਂ ਗੁਰਬਾਣੀ ਨੇ ਦਿੱਤੀਆਂ ਹਨ। ਇਸ ਵਾਸਤੇ ਇਹ ਗੱਲ ਕਹਿ ਲੈਣੀ ਕਿ ਪਰਮੇਸ਼ਰ ਦੇ ਹੁਕਮ ਵਿੱਚ ਸਭ ਕੁਝ ਹੁੰਦਾ ਹੈ। ਪਰਮੇਸ਼ਰ ਨੇ ਸਾਨੂੰ ਬਣਾ ਦਿੱਤਾ, ਪਰਮੇਸ਼ਰ ਨੇ ਸਾਡੀ ਘਾਟ ਕਰ ਦਿੱਤੀ, ਸੁਣਨ ਲਈ ਸਾਨੂੰ ਕੰਨ ਦਿੱਤੇ। ਸੁਣਨਾ ਅਸੀਂ ਹੈ, ਇਹ ਸਾਡੀ ਮਰਜ਼ੀ ਤੇ ਡਿਪੈਂਡ ਕੀਤਾ। ਅਸੀਂ ਪਿੱਛੇ ਵਿਚਾਰ ਕੀਤੀ ਸੀ, ਦੇਖਣਾ ਅਸੀਂ ਹੈ। ਅੱਖਾਂ ਦਿੱਤੀਆਂ ਉਸਨੇ ਮਾਲਕ ਨੇ, ਜੋਤ ਰੱਖ ਦਿੱਤੀ ਹੈ, ਨਾ ਰੱਖਦਾ ਅਸੀਂ ਕੁਝ ਵੀ ਨਹੀਂ ਸੀ ਕਰ ਸਕਦੇ। ਸੁਣਨ ਦੀ ਸ਼ਕਤੀ ਨਾ ਦਿੰਦਾ ਅਸੀਂ ਕੁਝ ਨਹੀਂ ਸੀ ਕਰ ਸਕਦੇ। ਬੋਲਣ ਦੀ ਤਾਕਤ ਨਾ ਦਿੰਦਾ ਅਸੀਂ ਕੁਝ ਨਹੀਂ ਸੀ ਕਰ ਸਕਦੇ। ਸਾਡੀ ਸ਼ਕਲ ਹੀ ਨਾ ਬਣਾਉਂਦਾ, ਇਸ ਰੂਪ ਤੋਂ ਕਰੂਪ ਕਰ ਦਿੰਦਾ, ਫਿਰ ਵੀ ਅਸੀਂ ਕੁਝ ਨਹੀਂ ਸੀ ਕਰ ਸਕਦੇ। ਪਰ ਮਾਲਕ ਨੇ ਸਾਰਾ ਕੁਝ ਸਾਨੂੰ ਦਿੱਤਾ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਤਰੁੱਠ ਕੇ, ਪਰ ਨਾਲ ਇਹ ਵੀ ਗੱਲ ਸਮਝਾਈ, ਇਹ ਦਾਤ ਤੇਰੇ ਪਾਸ ਦਾਤ ਹੈ, ਦਾਤ ਦਾ ਆਨੰਦ ਮਾਨ, ਨਿੱਘ ਮਾਨ, ਪਰ ਦਾਤ ਤੇ ਤੇਰਾ ਹੱਕ ਨਹੀਂ ਹੈ। ਇਹ ਵੀ ਗੱਲ ਸਮਝਾ ਦਿੱਤੀ। ਜਿਹੜੇ ਤਾਂ ਇਸ ਨੂੰ ਅਸੀਂ ਦਾਤ ਸਮਝ ਕੇ ਵਰਤਦੇ ਹਨ, ਉਹ ਪਰਮੇਸ਼ਰ ਦੇ ਘਰ ਪ੍ਰਵਾਨ ਹੋ ਕੇ ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ। ਗੁਰਮਤ ਅਨੁਸਾਰੀ, ਗੁਰੂ ਰਾਏ, ਗੁਰੂ ਦੀ ਮੱਤ ਲੈ ਕੇ ਉਹਨਾਂ ਨੂੰ ਸਮਝ ਜਾਂਦੇ ਉਹਦੀ ਦਾਤ ਹੈ। ਦੁੱਖ ਸੁੱਖ ਸਭ ਉਹਦੀਆਂ ਦਾਤਾਂ ਹਨ। ਦੁੱਖ ਵੇਲੇ ਉਹ ਲਾਂਭੇ ਨਹੀਂ ਦਿੰਦੇ, ਸੁੱਖ ਵੇਲੇ ਉਹ ਬਹੁਤ ਐਸ਼ਪ੍ਰਸਤੀ ਵਿੱਚ ਨਹੀਂ ਪੈਂਦੇ। ਉਹ ਤਾਂ ਗੁਰੂ ਪਾਤਸ਼ਾਹ ਜੀ ਇਹ ਵੀ ਦਾਤ ਤੇਰੀ ਦਾਤਾਰ ਦੇ ਜਿਹੜਾ ਹੁਕਮ ਕੀਤਾ ਉਹਨੂੰ ਮੰਨ ਲੈਂਦੇ ਹਨ। ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਇਹ ਤੇਰੀ ਦਾਤਾਰ ਸੱਚੇ ਪਾਤਸ਼ਾਹ ਤੇਰੀ ਦਾਤ ਹੈ। ਭਾਵੇਂ ਦੁੱਖ ਤੇ ਭਾਵੇਂ ਸੁੱਖ, ਇਹ ਸਭ ਤੇਰੀ ਰਜ਼ਾ ਵਿੱਚ ਹਨ। ਕੌਣ ਸਮਝਦਾ ਹੈ ਗੱਲ? ਜਿਹੜੇ ਗੁਰੂ ਅਨੁਸਾਰੀ ਹੋ ਜਾਂਦੇ ਆ। ਭਾਵ ਉਹਨਾਂ ਨੂੰ ਇਸ ਸੰਸਾਰ ਦੀ ਖੇਡ ਦਾ ਸਾਰਾ ਅਸਲੀਅਤ ਪਤਾ ਲੱਗ ਜਾਂਦੀ ਹੈ ਵੀ ਖੇਡ ਦਾ ਮਤਲਬ ਬਾਜ਼ੀਦਾਰ ਦੀ ਖੇਡ ਹੈ ਤੇ ਖੇਡ ਇੱਕ ਦਿਨ ਜਿਹੜੀ ਹੈ ਉਹ ਮੁੱਕਣੀ ਹੈ। ਖੇਡ ਕਦੀ ਵੀ ਇਹ ਨਹੀਂ ਹੋ ਸਕਦਾ ਕਿ ਸਿੱਧੀ ਵੀ ਰਹਿ ਜਾਏ, ਸਥਾਈ ਰਹਿ ਜਾਏ। ਤੇ ਖੇਡ ਦਾ ਅੰਤ ਜਿਹਨਾਂ ਨੇ ਪਛਾਣ ਲਿਆ, ਉਹ ਫਿਰ ਜੀਵਨ ਦੀ ਬਾਜੀ 'ਚ ਆਪਣਾ ਆਨੰਦ ਮਾਣਦੇ ਹਨ।
ਜਦੋਂ ਗੁਰੂ ਦੇ ਸ਼ਬਦ ਰਾਹੀਂ ਫਿਰ ਮਨੁੱਖ ਪ੍ਰੇਮ ਵਿੱਚ ਭਿੱਜ ਕੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਗੱਲ ਤਾਂ ਪ੍ਰੇਮ ਵਿੱਚ ਭਿੱਜਣ ਦੀ ਹੈ। ਪੜ੍ਹਨਾ, ਸੁਣਨਾ, ਵਿਚਾਰਨਾ, ਕਰਨਾ ਇੱਕ ਸਾਧਨ ਹਨ। ਅਸਲੀ ਮੰਜ਼ਿਲ ਉਹਦੇ ਪ੍ਰੇਮ ਵਿੱਚ ਭਿੱਜ ਕੇ ਮਿਲਾਪਤੀ ਹੈ। ਜੇ ਇਹ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ, ਫਿਰ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਣੇ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਅੱਗੇ ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੈ ਬਾਰੰਗ ਬਾਰਾ। ਕੀ ਸੋਚੀ ਜਾਣਾ ਅਜੇ ਵੀ ਕਮਲਿਆ, ਦੁਬਾਰਾ ਬੇਸਮਝ। ਵਾਹਿਗੁਰੂ ਦੀ ਬੰਦਗੀ ਤੈਨੂੰ ਯਾਦ ਨਹੀਂ ਆਈ, ਪਰਮੇਸ਼ਰ ਦੀ ਗੱਲਬਾਤ ਤੈਨੂੰ ਸਮਝ ਨਹੀਂ ਆਈ। ਤੇ ਪੜ੍ਹਨ ਸੁਣਨ ਦਾ ਲਾਭ ਤਾਂ ਹੀ ਹੈ ਜੇ ਤੇਰੇ ਅੰਦਰ ਉਹਦੇ ਨਾਲ ਪ੍ਰੀਤ ਪੈ ਗਈ ਹੈ। ਬਸ ਇਹ ਪ੍ਰੀਤ ਪਾਉਣ ਲਈ ਹੀ ਤਾਂ ਆਪਾਂ ਪੜ੍ਹਦੇ ਹਾਂ। ਪ੍ਰਭੂ ਦੇ ਪ੍ਰੇਮ ਵਿੱਚ ਰੰਗ ਕੇ ਭਿੱਜ ਕੇ ਜਿਨ੍ਹਾਂ ਨੇ ਆਪਣੇ ਸੁਰਤ ਉਸ ਕਰਤਾਰ ਦੇ ਚਰਨਾਂ ਵਿੱਚ ਜੋੜ ਲਈ ਹੈ, ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਇੱਜ਼ਤ ਲੈ ਕੇ ਆਪਣੇ ਘਰ 'ਚ ਚਲੇ ਜਾਂਦੇ ਹਨ। ਫਿਰ ਉਹਨਾਂ ਦੀ ਘੜਨ ਤੇ ਭੱਜਣ ਦੀ ਜਿਹੜੀ ਖੇਡ ਹੈ ਸਾਰੀ ਮੁੱਕ ਜਾਂਦੀ ਹੈ। ਭਾਵ ਜੋਤ ਜੋਤੀ ਵਿੱਚ ਸਮਾ ਗਈ, ਜਿਸ ਦੀ ਚੀਜ਼ ਜਿੱਥੋਂ ਆਈ ਸੀ ਉੱਥੇ ਚਲੀ ਗਈ। ਜਿਵੇਂ ਪਾਣੀ ਦਾ ਬੂੰਦ ਪਾਣੀ ਤੇ ਸਾਗਰ ਵਿੱਚ ਸਮਾ ਕੇ ਸਾਗਰ ਦਾ ਰੂਪ ਹੋ ਗਈ। ਜਿਨ੍ਹਾਂ ਨੇ ਇਹ ਪ੍ਰੇਮ ਦੀ ਖੇਡ ਖੇਡੀ ਉਹ ਉਸ ਕਰਤਾਰ ਦਾ ਰੂਪ ਹੋ ਗਿਆ, ਕਿਉਂਕਿ ਉਹਦੀ ਅੰਸ਼ ਸੀ। ਕਹੋ ਕਬੀਰ ਇਹ ਰਾਮ ਕੀ ਅੰਸ਼, ਉਸ ਦੀ ਅੰਸ਼ ਸੀ। ਉਸ ਮਾਲਕ ਦੇ ਵਿੱਚ ਜਿਹੜੇ ਸੀ ਲੀਨ ਹੋ ਗਏ। ਗੁਰੂ ਪਾਤਸ਼ਾਹ ਜੀ ਨੇ ਫਿਰ ਸਾਨੂੰ ਕੱਲ ਸਮਝਾਇਆ ਸੀ ਕਿ ਸ਼ਬਦ ਤੋਂ ਬਿਨਾਂ, ਸੱਚੇ ਸ਼ਬਦ ਤੋਂ ਬਿਨਾਂ ਕੋਈ ਮਨੁੱਖ ਇੱਜ਼ਤ ਪ੍ਰਾਪਤ ਨਹੀਂ ਕਰ ਸਕਦਾ। ਇਸ ਸ਼ਬਦ ਦੇ ਤੋਂ ਮਨੁੱਖ ਇਹ ਸੋਚੇ ਕਿ ਮੈਂ ਸ਼ਬਦ ਦਾ ਪੱਲਾ ਵੀ ਨਾ ਫੜਾਂ। ਇੱਥੇ ਆਪਾਂ ਕੱਲ ਵਿਚਾਰ ਕੀਤੀ ਸੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮੰਨਤੇ ਧਾਰੀ ਦੇ। ਕਿਆ ਕਮਾਲ ਦੇ ਬੋਲ ਗੁਰੂ ਪਾਤਸ਼ਾਹ ਜੀ ਨੇ ਲਿਖ ਕੇ ਸਾਡੇ ਝੋਲੀ ਵਿੱਚ ਪਾਏ ਹਨ। ਪਰਮੇਸ਼ਰ ਨੇ ਇਹ ਸਾਡੀ ਪਿਆਰ ਦੇ ਨਾਲ ਉਹਨੂੰ ਰੰਗ ਦਿੱਤਾ। ਉਸ ਪਰਮੇਸ਼ਰ ਆਪਣੇ ਪਿਆਰ ਵਿੱਚ ਸਾਨੂੰ ਰੰਗ ਦਿੱਤਾ। ਜਦੋਂ ਰੰਗ ਦਿੱਤਾ, ਇਹ ਸ਼ਬਦ ਸਾਨੂੰ ਸੌਂਪਿਆ। ਗੁਰੂ ਨਾਨਕ ਆਏ ਸੀ, ਬਾਣੀ ਲੈ ਕੇ ਆਏ, ਸ਼ਬਦ ਲੈ ਕੇ ਆਏ। ਗੁਰੂ ਨਾਨਕ ਨੇ ਆਪਣੀ ਸ਼ਕਲ ਨਾਲ ਲੋਕੀ ਨਹੀਂ ਬਦਲੇ, ਗੁਰੂ ਨਾਨਕ ਨੇ ਆਪਣੇ ਸ਼ਬਦ ਨਾਲ ਲੋਕਾਂ ਨੂੰ ਬਦਲਿਆ। ਜਿੱਥੇ ਗਏ ਸਤਿਗੁਰੂ ਨੇ ਆਪਣੇ ਸ਼ਬਦ ਸੁਣਾਏ, ਬੋਲ ਸੁਣਾਏ, ਔਰ ਬੋਲ ਜਿਹੜੇ ਸਨ ਲੋਕਾਂ ਦੇ ਅੰਦਰ ਘਰ ਕਰਕੇ ਇੱਕ ਇੱਕ ਬੋਲ ਸੁਣ ਕੇ ਹੀ ਲੋਕ ਜਿਹੜੇ ਸੀ ਉਹ ਪ੍ਰਭੂ ਦੇ ਮਾਰਗ ਤੇ ਚੱਲਣ ਵਾਲੇ ਹੋ ਗਏ। ਅਸੀਂ ਤਾਂ ਇਤਨੇ ਸਾਲਾਂ ਤੋਂ ਵੀ, ਕਿੰਨੇ ਸਾਲਾਂ ਤੋਂ ਵੀ ਬੋਲ ਸੁਣੀ ਜਾਂਦੇ ਆ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਆ ਸਾਡਾ। ਅਸੀਂ ਇਹ ਵੀ ਕਹਿ ਦਿੰਦੇ ਆ, ਕਸਮਾਂ ਦਾ ਕਿਆ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਇਹ ਕਹਾਵਤ ਸਾਡੇ ਤੇ ਟੁਕਦੀ ਹੈ। ਪੜ੍ਹ ਲੈਣਾ, ਵਿਚਾਰ ਲੈਣਾ, ਜਦ ਤੱਕ ਸੱਚੇ ਸ਼ਬਦ ਨਾਲ ਸਾਡੀ ਸੁਰਤ ਨਹੀਂ ਜੁੜਦੀ, ਭਾਵ ਉਹਦਾ ਰਸ ਨਹੀਂ ਮਾਣਦੇ, ਉਹਦਾ ਆਨੰਦ ਨਹੀਂ ਲੈਂਦੇ ਜੀਵਨ ਦੇ ਹਰ ਖੇਤਰ ਵਿੱਚ, ਉਦੋਂ ਤੱਕ ਅਸੀਂ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੇ। ਤੇ ਸਤਿਗੁਰੂ ਨੇ ਆਖਰੀ ਗੱਲ ਕਹੀ ਸੀ ਵੀ ਨਾਨਕ ਦੱਸੋ ਭਲਾ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਨੁੱਖ ਪਰਮੇਸ਼ਰ 'ਚ ਕਿਵੇਂ ਸਮਾ ਸਕਦਾ। ਇਹ ਸੰਭਵ ਹੀ ਨਹੀਂ ਹੈ, ਭਾਵ ਨਹੀਂ ਸਮਾ ਸਕਦਾ। ਇਹ ਸੰਭਵ ਹੀ ਨਹੀਂ ਹੈ ਕਿ ਸ਼ਬਦ ਤੋਂ ਬਿਨਾਂ, ਨਾਮ ਤੋਂ ਬਿਨਾਂ ਕੋਈ ਪਰਮੇਸ਼ਰ ਦੇ ਵਿੱਚ ਸਮਾ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ 31ਵੀਂ ਪੌੜੀ ਦੇ ਲਈ ਉਦਮ ਬਖਸ਼ਿਆ ਹੈ। ਆਪਾਂ ਪੌੜੀ ਨੂੰ ਪੜ੍ਹੀਏ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਗੁਰਮੁਖ ਭਵ ਜਲ ਤਰੀਐ ਸਚ ਸੁਧੀ। ਗੁਰਮੁਖ ਸਰ ਅਪਸਰ ਬਿਦ ਜਾਣੈ, ਗੁਰਮੁਖ ਪਰ ਵਿਰਤ ਨਿਰਵਿਰਤ ਪਛਾਣੈ। ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਬਚਨਾਂ ਵਿੱਚ ਗੁਰੂ ਦੇ ਮਾਰਗ ਤੇ ਚੱਲਣ ਵਾਲੇ, ਗੁਰੂ ਅਨੁਸਾਰੀ ਹੋਣ ਵਾਲੇ ਵਿਅਕਤੀ ਦਾ ਹੋਰ ਵਿਆਖਿਆ ਕੀਤੀ ਹੈ। ਜਿਹੜਾ ਸਵਾਲ ਸੀ ਨਾ, ਗੁਰਮੁਖ ਕੌਣ ਹੈ, 5 ਪੌੜੀਆਂ ਵਿੱਚ ਸਤਿਗੁਰੂ ਲਗਾਤਾਰ ਉਹਦਾ ਜਵਾਬ ਦਿੰਦੇ ਆ ਰਹੇ ਹਨ। ਸਿੱਧਾਂ ਦੇ ਸਵਾਲ ਦਾ ਗੁਰਮੁਖ ਕਹਿੰਦੇ ਕਿਹਨੂੰ ਨੇ?
ਹੁਣ ਇੱਕ ਇੱਕ ਸ਼ਬਦ ਨਾਲ ਆਪਣੇ ਆਪ ਦੀ ਤੁਲਨਾ ਜ਼ਰੂਰ ਆਪਾਂ ਕਰਨੀ ਹੈ। ਮੈਂ ਬਾਰ-ਬਾਰ ਇਹ ਬੇਨਤੀ ਕਰਦਾ ਕਿ ਇਸ ਸ਼ਬਦ ਨਾਲ ਜਦ ਤੱਕ ਅਸੀਂ ਆਪਣੇ ਆਪ ਦੀ ਤੁਲਨਾ ਨਹੀਂ ਕਰਦੇ ਨਾ, ਅਸੀਂ ਆਪਣੇ ਆਪ ਨੂੰ ਨਹੀਂ ਪਰਖਦੇ, ਉਦੋਂ ਤੱਕ ਸ਼ਾਇਦ ਅਸੀਂ ਗੁਰਮੁਖ ਦੀ ਸ਼ਕਲ ਤਾਂ ਅਖਤਿਆਰ ਕਰ ਲਈਏ, ਗੁਰਮੁਖ ਬਣ ਨਾ ਸਕੇ। ਹਾਂ, ਕਮੀਆਂ ਕਮਜ਼ੋਰੀਆਂ ਸਾਡੇ ਅੰਦਰ ਬਹੁਤ ਨੇ, ਇਹ ਮੰਨ ਕੇ ਚੱਲਣਾ ਚਾਹੀਦਾ ਹੈ। ਇਹਦੇ ਲਈ ਗੁਰੂ ਅੱਗੇ ਬੇਨਤੀ ਪ੍ਰਾਰਥਨਾ ਕਰਨੀ ਚਾਹੀਦੀ ਹੈ, ਮਹਾਰਾਜ ਜੀਓ ਹਮਰੇ ਅਵਗੁਣ ਬਹੁਤ ਬਹੁਤ ਹੈ, ਬਾਰ ਬਾਰ ਹਰਗੰਤ ਨਾ ਆਵੇ, ਪਰ ਤੁਸੀਂ ਬਖਸ਼ੰਦ ਮੇਰੇ ਮਾਲਕ ਹੋ, ਤੇ ਕਿਰਪਾ ਕਰੋ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਨ ਨਾ ਵਿਚਾਰੋ ਕੋਈ। ਸਾਨੂੰ ਕੀ ਧੋਣਾ, ਅਸੀਂ ਤਾਂ ਹੈ ਮਿੱਟੀ ਵਰਗੇ, ਸਾਨੂੰ ਧੋਏਗਾ ਕਿ ਖੁਰ ਜਾਾਂਗੇ, ਸਾਡੇ ਦੇ ਵਿੱਚੋਂ ਨਿਕਲਣਾ ਹੀ ਕੁਛ ਨਹੀਂ। ਸਾਡੇ ਤੇ ਕਿਰਪਾ ਕਰ, ਰਹਿਮ ਦੀ ਦ੍ਰਿਸ਼ਟੀ ਕਰ, ਇਹ ਅਸੀਂ ਰੋਜ਼ ਬੇਨਤੀ ਨਾਲ ਨਾਲ ਕਰਨੀ ਹੈ। ਤਦ ਕਿ ਇਹ ਜਿਹੜੇ ਗੁਣ ਗੁਰੂ ਨੇ ਪਾਤਸ਼ਾਹ ਨੇ ਦੱਸੇ, ਇਹ ਸਾਨੂੰ ਵੀ ਪ੍ਰੈਕਟੀਕਲੀ ਤੌਰ ਤੇ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾ, ਹਿੱਸਾ ਨੇ ਬਣ, ਇਹਨਾਂ ਗੁਣਾਂ ਦੇ ਮੁਤਾਬਕ ਅਸੀਂ ਜ਼ਿੰਦਗੀ ਜਿਉਣੀ ਸਿੱਖੀ ਹੈ। ਸੋ ਸਤਿਗੁਰੂ ਜੀ ਨੇ ਸ਼ੁਰੂ ਕੀਤਾ, ਯੋਗ ਮਤ ਦੇ ਅੰਦਰ, ਸਿੱਧਾਂ ਦੇ ਇਸ ਮਤ ਦੇ ਅੰਦਰ ਰਿੱਧੀਆਂ ਸਿੱਧੀਆਂ ਦੀ ਬਹੁਤ ਜ਼ਿਆਦਾ ਮਹਾਨਤਾ ਹੈ। ਉਹ 8 ਪ੍ਰਕਾਰ ਦੀਆਂ ਵੱਡੀਆਂ ਸਿੱਧੀਆਂ ਹਨ। ਅਸ਼ਟ ਜਿਹੜਾ ਲਫ਼ਜ਼ ਵਰਤਿਆ ਗਿਆ, ਅਸ਼ਟ ਦਾ ਅਰਥ ਹੈ 8। ਇਹ ਵੱਡੀਆਂ ਸਿੱਧੀਆਂ ਮੰਨੀਆਂ ਜਾਂਦੀਆਂ ਹਨ। ਇਹਨਾਂ ਸਿੱਧੀਆਂ ਦੇ ਆਸਰੇ ਦੇ ਉੱਤੇ ਹੀ ਉਹ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਚਲਿਤ ਕਰਕੇ ਆਪਣੀ ਪੂਜਾ ਕਰਵਾਉਂਦੇ ਹਨ। ਭਾਵ ਧਰਮ ਨਾਂ ਦੀ ਚੀਜ਼ ਸ਼ਾਇਦ ਨਾ ਪੱਲੇ ਹੋਵੇ, ਲੇਕਿਨ ਇਹਨਾਂ ਸ਼ਕਤੀਆਂ ਦੇ ਆਸਰੇ ਦੇ ਉੱਤੇ ਸੰਸਾਰ ਨੂੰ ਦਿਖਾ ਕੇ ਇਹ ਦੱਸਦੇ ਹਨ ਕਿ ਅਸੀਂ ਬਹੁਤ ਵੱਡੇ ਹਾਂ। 8 ਪ੍ਰਕਾਰ ਦੀਆਂ ਸ਼ਕਤੀਆਂ ਦਾ ਜ਼ਿਕਰ ਗੁਰੂ ਪਾਤਸ਼ਾਹ ਨੇ ਹੁਣ ਇੱਥੇ ਵਰਤਿਆ ਵੀ ਅਸ਼ਟ। 8 ਸਿੱਧੀਆਂ ਹੈ ਕਿਹੜੀਆਂ? ਇਹ ਕਰਾਮਾਤੀ ਤਾਕਤਾਂ ਹੁੰਦੀਆਂ ਨੇ। ਇਹ ਹੈ ਅਨੇਮਾ, ਮਹਿਮਾ, ਲਗਮਾ, ਗਰਿਮਾ, ਫਿਰ ਪ੍ਰਾਪਤੀ ਪ੍ਰਕਰਮਾ, ਇਸ਼ਤਾ, ਵਿਸ਼ਤਾ। ਹੁਣ ਇਹਨਾਂ ਨੂੰ ਥੋੜਾ ਥੋੜਾ ਆਪਾਂ ਕਰੀਏ ਵੀ ਇਹਨਾਂ ਦੇ ਇਹ ਕਰਦੇ ਕੀ ਸਨ। ਇਹ ਜੋਗੀ ਦੂਜੇ ਦਾ ਰੂਪ ਵੀ ਧਾਰਨ ਕਰਦੇ ਨੇ ਇਹਨਾਂ ਸ਼ਕਤੀਆਂ ਦੇ ਨਾਲ। ਇਹਨੂੰ ਕਹਿੰਦੇ ਅਨੇਮਾ, ਦੂਜੇ ਦਾ ਰੂਪ ਬਣ ਜਾਣਾ। ਇਹ ਸਿੱਧੀਆਂ ਹਨ ਜਿਹੜੀਆਂ ਯੋਗ ਮਤ ਦੀਆਂ ਮੈਂ ਬੇਨਤੀ ਕਰ ਰਿਹਾ। ਇਹਦਾ ਗੁਰਮਤ ਨਾਲ ਗੁਰੂ ਪਾਤਸ਼ਾਹ ਨੇ ਦੱਸਿਆ ਇਹ ਚੀਜ਼ਾਂ ਦਾ ਸੰਬੰਧ ਨਹੀਂ, ਇਹ ਤਾਂ ਆਪਣੇ ਆਪ ਸੁਤੇ ਸਿੱਧ ਹੀ ਆ ਜਾਣੀਆਂ। ਫਿਰ ਮਹਿਮਾ, ਆਪਣੇ ਸਰੀਰ ਨੂੰ ਵੱਡਾ ਕਰ ਲੈਣਾ। ਆਪਾਂ ਇਤਿਹਾਸ ਵੀ ਪੜ੍ਹਦੇ ਹਾਂ ਵੀ ਜਦੋਂ ਗੁਰੂ ਪਾਤਸ਼ਾਹ ਦਾ ਮਿਲਾਪ ਹੋਇਆ ਇਹਨਾਂ ਸਿੱਧਾਂ ਦੇ ਨਾਲ, ਨਾਨਕ ਮਤਾ ਜਿਹਨੂੰ ਗੋਰਖ ਮਤਾ ਕਿਹਾ ਜਾਂਦਾ ਸੀ, ਉੱਥੇ ਕੋਈ ਸ਼ੇਰ ਦਾ ਰੂਪ ਬਣ ਗਿਆ, ਕੋਈ ਅੱਗ ਬਣ ਕੇ ਦਿਖਾਉਣ ਲੱਗ ਪਿਆ, ਕੋਈ ਪਿੱਪਲ ਨੂੰ ਜੜ੍ਹਾਂ ਤੋਂ ਪੁੱਟ ਕੇ ਵੀ ਅਸੀਂ ਦਰਖਤ ਹੀ ਉਡਾ ਦਿੰਦੇ ਹਾਂ। ਵੀ ਇਹੋ ਜਿਹੀਆਂ ਤਾਕਤਾਂ ਦੇ ਨਾਲ ਭਰਮਾਉਣਾ ਚਾਹਿਆ, ਗੁਰੂ ਸਾਹਿਬ ਨੂੰ ਡਰਾਉਣਾ ਚਾਹਿਆ, ਜਿਸ ਤੋਂ ਸਮਾਜ ਡਰਦਾ ਸੀ, ਜਾਂ ਆਪਣੀ ਧਾਕ ਜਮਾਉਣ ਲਈ ਇਹ ਚੀਜ਼ਾਂ ਦਿਖਾਈਆਂ ਵੀ ਅਸੀਂ ਤਾਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਸਾਡੇ ਕੋਲ ਇੰਨੀਆਂ ਸ਼ਕਤੀਆਂ ਹਨ। ਤੋ ਮਹਿਮਾ ਦਾ ਅਰਥ ਹੁੰਦਾ ਦੇਹ ਨੂੰ, ਸਰੀਰ ਨੂੰ ਵੱਡਾ ਕਰ ਲੈਣਾ, ਤੇ ਲਗਮਾ ਹੁੰਦਾ ਸਰੀਰ ਨੂੰ ਛੋਟਾ ਕਰ ਲੈਣਾ, ਸੰਕੋੜ ਲੈਣਾ। ਗਰਮਾ ਦਾ ਅਰਥ ਹੈ ਭਾਰ, ਸਰੀਰ ਨੂੰ ਬਹੁਤ ਭਾਰਾ ਕਰ ਲੈਣਾ, ਕੋਈ ਹਿਲਾ ਹੀ ਨਾ ਸਕੇ, ਗਰਮਾ। ਫਿਰ ਪ੍ਰਾਪਤੀ, ਮਨ ਇੱਛਤ ਭੋਗ ਹਾਸਲ ਕਰ ਲੈਣ ਦੀ ਤਾਕਤ ਆ ਜਾਣੀ, ਪ੍ਰਾਪਤੀ, ਜੋ ਚਾਹੁੰਦੇ ਨੇ ਮਨ ਚ ਉਹ ਕਰ ਲੈਣਾ। ਕਾਮਿਆ, ਹੋਰਨਾਂ ਦੇ ਦਿਲ ਨੂੰ ਗੱਲ ਬੁੱਝਣ ਵਾਲੇ, ਲੱਭਣ ਵਾਲੇ। ਕਾਮਿਆ, ਪ੍ਰਾ ਦਾ ਅਰਥ ਹੈ ਦੂਜਾ, ਕਾਮਿਆ ਦਾ ਅਰਥ ਹੈ ਇੱਛਾ, ਜਿਹੜਾ ਦੂਜੇ ਦੀ ਇੱਛਾ ਨੂੰ ਲੱਭ ਲੈਂਦਾ ਹੈ, ਉਹਦੀ ਕਾਮਨਾ ਨੂੰ ਸਮਝ ਲੈਂਦਾ ਵੀ ਇਹਦੀ ਕਾਮਨਾ ਕੀ ਹੈ, ਕਿਸ ਕਰਕੇ ਇਹ ਇੱਥੇ ਆਇਆ ਹੈ। ਦੂਜੇ ਦੇ ਦਿਲ ਦੀ ਗੱਲ ਨੂੰ ਲੱਭ ਲੈਣਾ, ਉਹਦੀ ਗੱਲ ਨੂੰ ਜਾਣ ਲੈਣਾ। ਫਿਰ ਅੱਗੇ ਇਸ਼ਤਾ, ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰ ਵੀ ਲੈਣਾ, ਜਿਹਨੂੰ ਹਿਪਨੋਟਾਈਜ਼ ਅਸੀਂ ਕਹਿ ਦਿੰਦੇ ਹਾਂ, ਹਿਪਨੋਟਾਈਜ਼ ਕਰ ਲੈਣਾ, ਆਪਣੀ ਇੱਛਾ ਉਸ ਮੁਤਾਬਕ ਦੂਜੇ ਦੀ
ਗੱਲ ਨੂੰ ਬਦਲ ਲੈਣਾ, ਬਣਾ ਲੈਣਾ, ਉਹਦੇ ਵਿਚਾਰ ਆਪਣੇ ਵਰਗੇ ਬਣਾ ਲੈਣਾ। ਇਹਨਾਂ ਅੰਦਰ ਇਹ ਤਾਕਤਾਂ ਹਨ। ਰਿਸ਼ਤਾ ਹੁੰਦਾ ਸਭ ਨੂੰ ਆਪਣੇ ਵਾਸ 'ਚ ਕਰ ਲੈਣਾ। ਇਹ 8 ਪ੍ਰਕਾਰ ਦੀਆਂ ਸਿੱਧੀਆਂ ਹਨ ਜਿਹੜੀਆਂ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਜੋਗੀਆਂ ਦੀਆਂ ਮੁੱਖ ਸਿੱਧੀਆਂ ਜਿਹੜੀਆਂ ਹਨ। ਸਿੱਧੀਆਂ ਦੀ ਗਿਣਤੀ ਹੋਰ ਵੀ ਹੋ ਸਕਦੀ ਹੈ। 18 ਸਿੱਧੀਆਂ ਟੋਟਲ ਗਿਣੀਆਂ ਗਈਆਂ, 9 ਨਿਧੀਆਂ 18 ਸਿੱਧੀਆਂ ਇਹ ਗਿਣੀਆਂ ਗਈਆਂ ਹਨ। ਤੇ ਇਹ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਵੀ ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੀ ਮੱਤ ਗ੍ਰਹਿਣ ਕਰਕੇ ਮੀਤ ਚਲੋ ਗੁਰ ਚਾਲੀ ਦੀ ਗੱਲ ਸਿੱਖ ਲੈਂਦਾ ਹੈ, ਜਿਹੜਾ ਹੁਕਮ ਰਜਾਈ ਹੋਣ ਦੀ ਜਾਚ ਜਿਸ ਨੂੰ ਆ ਜਾਂਦੀ ਹੈ, ਜਿਹੜਾ ਗੁਰੂ ਅਨੁਸਾਰੀ ਬਣ ਜਾਂਦਾ ਹੈ, ਹੁਕਮੀ ਬੰਦਾ ਬਣ ਜਾਂਦਾ ਹੈ, ਇਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ। ਮੈਂ ਇੱਕ ਹੋਰ ਬੇਨਤੀ ਕਰਾਂ, ਇਹ ਜਿਹੜੀਆਂ ਤਾਕਤਾਂ ਜਾਂ ਸ਼ਕਤੀਆਂ ਹਨ ਇਹਨਾਂ ਦੀ ਵੈਲਿਊ ਵੀ ਕੋਈ ਨਹੀਂ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜੇ ਪਰਮੇਸ਼ਰ ਦੇ ਭਗਤ ਹਨ ਜਾਂ ਬੰਦਗੀ ਕਰਨ ਵਾਲੇ ਹਨ, ਉਹਨਾਂ ਕੋਲ ਤਾਕਤਾਂ ਸੁਤੇ ਸਿੱਧੀ ਆ ਜਾਂਦੀਆਂ ਨੇ। ਉਹਨਾਂ ਨੂੰ ਲੋੜ ਨਹੀਂ ਪੈਂਦੀ ਦਿਖਾਉਣ ਦੀ, ਜਗ ਜ਼ਾਹਰ ਕਰਨ ਦੀ ਜਾਂ ਕਰਨ ਦੀ। ਸੁਤੇ ਸਿੱਧੀ ਤਾਕਤਾਂ ਜਿਹੜੀਆਂ ਆ ਜਾਂਦੀਆਂ ਹਨ। 66 ਦੀ ਵਾਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇੱਕ ਬਚਨ ਲਿਖਿਆ, ਗੁਰੂ ਅਮਰਦਾਸ ਮਹਾਰਾਜ ਨੇ, ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਹੁਣ ਇੱਥੋਂ ਗੱਲ ਕਿੰਨੀ ਸਪਸ਼ਟ ਹੋ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਕਿੰਨੀ ਸਪਸ਼ਟ ਗੱਲ ਕੀਤੀ ਵੀ 9 ਨਿਧੀਆਂ 9 ਖਜ਼ਾਨੇ ਤੇ 18 ਪ੍ਰਕਾਰ ਦੀਆਂ ਸਿੱਧੀਆਂ, ਇਹ ਸਾਰੀਆਂ ਉਸ ਮਨੁੱਖ ਦੇ ਪਿੱਛੇ ਪਿੱਛੇ ਭੱਜਦੀਆਂ ਹਨ। ਲੋ ਆਮ ਮਨੁੱਖ ਇਹ ਤਾਕਤਾਂ ਹਾਸਲ ਕਰਨ ਲਈ ਜ਼ਿੰਦਗੀ ਦੇ ਸਾਰੇ ਸਾਲ ਲਾ ਦਿੰਦੇ ਨੇ। ਕਿੰਨੇ ਸਾਲ ਉਹਨਾਂ ਦੇ ਇਦਾਂ ਹੀ ਬੀਤ ਜਾਂਦੇ ਨੇ ਤਾਕਤਾਂ ਨੂੰ ਹਾਸਲ ਕਰਨ ਲਈ। ਪਰ ਗੁਰੂ ਮਹਾਰਾਜ ਕਹਿੰਦੇ ਸਾਧਨਾ ਕਰਨੀ, ਭੌਰਿਆਂ 'ਚ ਵੜਨਾ, ਸਰੀਰ ਨੂੰ ਤੋੜਨਾ, ਸਰੀਰ ਨੂੰ ਵੱਡਾ ਛੋਟਾ ਕਰਨਾ, ਕਿੰਨਾ ਕੁਝ ਉਹਨਾਂ ਦਾ ਔਖਾ ਘੱਟ ਹੀ ਹੈ ਜਿਹਦੇ 'ਚੋਂ ਨਿਕਲ ਕੇ ਜਾਂਦੇ ਨੇ। ਸਰਦੀਆਂ ਦੀ ਰੁੱਤ 'ਚ ਬਾਹਰ ਬੈਠੇ ਰਹਿਣਾ, ਗਰਮੀਆਂ ਦੇ ਵਿੱਚ ਆਪਣੇ ਅੱਗ ਦੇ ਅੱਗੇ ਸੇਕ ਲੈ ਲੈਣਾ, ਕਿੰਨਾ ਕੁਛ ਹੈ ਜਿਹੜਾ ਇਹਨਾਂ ਦੇ ਕਰਨ ਨਾਲ ਇਹ ਤਾਕਤਾਂ ਨੂੰ ਆਉਂਦੇ ਨੇ। ਪਰ ਗੁਰੂ ਮਹਾਰਾਜ ਕਹਿੰਦੇ ਮਨ ਹੱਠ ਹੈ, ਤੇ ਮਨ ਹੱਠ ਦੇ ਨਾਲ ਕਦੇ ਵੀ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਪਾਇਆ। ਹਾਂ, ਲੋਕਾਂ ਵਿੱਚ ਵਾਹਵਾ ਹੋ ਸਕਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਬੜਾ ਕਮਾਲ ਦਾ ਹੈ। ਕਹਿੰਦੇ ਨੇ ਮਨ ਹੱਠ ਕਿਨੇ ਨਾ ਪਾਇਓ, ਵੀ ਮਨ ਹੱਠ ਨਾਲ ਕੋਈ ਪਾ ਸਕਦਾ? ਸਭ ਥੱਕੇ ਕਰਮ ਕਮਾਏ, ਥੱਕ ਗਏ ਕਮਾ ਕਮਾ ਕੇ ਗੱਲਾਂ ਕਰ ਕਰਕੇ। ਗੁਰੂ ਪਾਤਸ਼ਾਹ ਕਹਿੰਦੇ ਇੱਕ ਨਹੀਂ ਸਾਰੇ ਹੀ ਜਿਹੜੇ ਇਸ ਮਾਰਗ ਤੇ ਚੱਲੇ ਮਨ ਹੱਠ ਦੇ ਪਿੱਛੇ ਲੱਗੇ। ਤੇ ਹੱਠ ਹੈ ਸਿੱਧੀ ਲੈਣੀ, ਬੜੀ ਮਿਹਨਤ ਕਰਨੀ ਪੈਂਦੀ ਹੈ, ਜ਼ਿੰਦਗੀ ਦਾ ਸਮਾਂ ਲਾਣੇ ਪੈਂਦੇ ਨੇ। ਜੇ ਕੀਮਤੀ ਸਮਾਂ ਜਿਹੜਾ ਬੰਦਗੀ ਦਾ ਸੀ ਉਹ ਬਰਬਾਦ ਕਰਨਾ ਇਹਨਾਂ ਦਾ ਕੰਮ ਹੈ। ਤੇ ਗੁਰੂ ਸਾਹਿਬ ਕਹਿੰਦੇ ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾ। ਫਿਰ ਗੁਰੂ ਪਾਤਸ਼ਾਹ ਕੇ ਕਹਿੰਦੇ ਨੇ ਮਨ ਹੱਠ ਭੇਖ ਕਰ ਭਰਮ ਦੇ। ਕਿੰਨੀ ਸਪਸ਼ਟ ਨਕਸ਼ਾ ਖਿੱਚ ਦਿੱਤਾ ਗੁਰੂ ਮਹਾਰਾਜ ਨੇ ਵੀ ਇਹ ਤਾਂ ਭੇਖ ਹੈ ਤੇ ਭਰਮ ਦੇ ਭਟਕਣਾ ਜੀ ਰਹਿੰਦੇ ਨੇ, ਦੂਜਿਆਂ ਨੂੰ ਭਰਮਾਉਂਦੇ ਨੇ। ਦੁੱਖ ਪਾਇਆ ਦੂਜਾ ਭਾਏ, ਦੂਜੇ ਭਾਏ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨਾਲ ਮੁਹੱਬਤ ਕਰਨੀ। ਉਹਨਾਂ ਦਾ ਪਿਆਰ ਸਾਰਾ ਇਹੋ ਹੀ ਹੈ, ਉਹਨਾਂ ਦਾ ਨਿਸ਼ਾਨਾ ਹੀ ਇਹ ਹੈ। ਉਹਨਾਂ ਦੀ ਜ਼ਿੰਦਗੀ ਦਾ ਤੱਤ ਇਹੋ ਹੀ ਹੈ ਵੀ ਅਸੀਂ ਇਹ ਸ਼ਕਤੀਆਂ ਪ੍ਰਾਪਤ ਕਰਨੀਆਂ, ਉਹਨਾਂ ਦੀ ਮੰਜ਼ਿਲ ਇਹੋ ਹੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਭਾਈ ਪਹਿਲਾਂ ਖਿਆਲ ਸੁਣੋ, ਗੱਲ ਖਿਆਲ ਨਾਲ ਸੁਣ ਲਓ। ਜਿਨ੍ਹਾਂ ਨੂੰ ਤੁਸੀਂ ਤਾਕਤਾਂ ਕਹਿੰਦੇ ਹੋ ਇਹ ਤਾਂ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਦੇਖੋ ਇਹ ਤਾਂ ਭਰਮਾਉਣ ਵਾਲੀ ਹੈ, ਮੋਹ ਤਾਂ ਰੁਕਾਵਟ ਹੈ।
ਰਿੱਧ ਸਿੱਧ ਸਭ ਮੋਹ ਹੈ। ਇਹ ਤਾਂ ਸਾਰੇ ਮਨ ਨੂੰ ਭਟਕਾਉਣ ਵਾਲੀ ਹੈ। ਨਾਮ ਨਾ ਵਸੈ ਮਨ ਆਏ। ਫਿਰ ਕਹਿੰਦੇ ਨੇ ਅਸਲੀ ਗੱਲ ਕੀ ਹੈ? ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਇੱਥੇ ਤਾਂ ਗੁਰੂ ਦਾ ਅਨੁਸਾਰ ਹੀ ਹੋਣਾ ਪੈਂਦਾ ਹੈ। ਜੀਵਨ ਗੁਰੂ ਦੇ ਲੇਖੇ ਲਾਉਣਾ ਪੈਂਦਾ ਹੈ। ਤੇ ਜਨਮ ਤੁਮਾਰੇ ਲੇਖੇ ਦੀ ਗੱਲ ਕਰਨੀ ਪੈਂਦੀ ਹੈ। ਬਹੁਤ ਜਨਮ ਵਿਛਰੇ ਤੇ ਮਾਧੋ ਦੀ ਪੁਕਾਰ ਕਰਨੀ ਪੈਂਦੀ ਹੈ। ਤੇ ਮਾਧੋ ਵੀ ਇਹਦੇ ਜਨਮਾਂ ਤੋਂ ਵਿਛਰੇ ਸੇ, ਇਹ ਚੱਕਰਾਂ 'ਚ ਪਏ ਹੋਏ ਆ। ਇਹ ਪਰ ਇਹ ਜਨਮ ਹੁਣ ਤੁਮਾਰੇ ਲੇਖੇ ਲਾ ਦਿੱਤਾ ਹੈ। ਇੱਥੇ ਇਹ ਕਹਿਣਾ ਪੈਂਦਾ, ਅੰਦਰੋਂ ਅਗਿਆਨ ਦਾ ਹਨੇਰਾ ਗੁਰੂ ਹੀ ਦੂਰ ਕਰ ਸਕਦਾ ਹੈ। ਜਿਨ੍ਹਾਂ ਨੇ ਗੁਰੂ ਸ਼ਬਦ ਨਾਲ ਪ੍ਰੀਤ ਨਹੀਂ ਪਾਈ, ਗੁਰੂ ਸ਼ਬਦ ਨਾਲ ਸਾਂਝ ਹੀ ਨਹੀਂ ਪਾਈ, ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਨਹੀਂ ਸਕਦਾ। ਨਾ ਉਹਨਾਂ ਦੇ ਅੰਦਰ ਗਿਆਨ ਪ੍ਰਗਟ ਹੁੰਦਾ ਹੈ। ਹਾਂ, ਮਹਾਰਾਜ ਕਹਿੰਦੇ ਦੇਖੋ ਬਈ, ਜਿਨ੍ਹਾਂ ਦੇ ਜ਼ਿਕਰ ਇੱਥੇ ਕੀਤਾ ਪਹਿਲੀ ਪੰਕਤੀ 'ਚ ਗੁਰੂ ਪਾਤਸ਼ਾਹ ਨੇ, ਕਹਿੰਦੇ ਨਾਮ ਰਤਨ ਘਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਘਰ ਕੀ ਹੈ? ਹਿਰਦੇ ਰੂਪੀ ਘਰ। ਘਰ ਕੋਈ ਐ ਨਹੀਂ ਜਿਹੜੀਆਂ ਕੋਠੀਆਂ ਮਹੱਲ ਅਸੀਂ ਬਣਾਏ ਹੋਏ ਆ, ਜਾਂ ਕੋਈ ਗੁਰੂ ਘਰ ਹੈ। ਘਰ ਦਾ ਮਤਲਬ ਇਹ ਨਹੀਂ ਹੈ। ਘਰ ਦਾ ਮਤਲਬ ਹੈ ਹਿਰਦੇ ਦਾ ਘਰ। ਇੱਕ ਘਰ ਰਾਗਾਂ ਨਾਲ ਸੰਬੰਧਿਤ ਰੱਖਦਾ, ਇੱਕ ਘਰ ਮਕਾਨ ਨੂੰ ਕਹਿੰਦੇ ਨੇ, ਇੱਕ ਘਰ ਹਿਰਦੇ ਦਾ ਘਰ ਹੈ, ਜਿਹੜਾ ਅਸਲੀ ਘਰ ਹੈ। ਕਹਿੰਦੇ ਫਿਰ ਆਤਮਿਕ ਅਡੋਲਤਾ ਵਿੱਚ ਲੀਨ ਹੋ ਜਾਂਦਾ ਹੈ। ਕਿਹੜਾ? ਜਦੋਂ ਨਾਮ ਰਤਨ ਘਰ ਪ੍ਰਗਟ ਹੋਆ, ਅੰਦਰ ਪ੍ਰਗਟ ਹੋ ਗਿਆ। ਪ੍ਰਗਟ ਕਿਵੇਂ ਹੋਣਾ ਹੈ? ਕਹਿੰਦੇ ਇਹ ਤਾਕਤਾਂ ਦੇ ਨਾਲ, ਇਹ ਸ਼ਕਤੀਆਂ ਦੇ ਨਾਲ ਇਹ ਨਾਮ ਰਤਨ ਪ੍ਰਗਟ ਨਹੀਂ ਹੁੰਦਾ। ਪਰ ਇੱਕ ਗੱਲ ਹੋਰ ਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਗੁਰੂ ਦੀ ਸ਼ਰਨ 'ਚ ਪੈਂਦੇ ਨੇ, ਗੁਰੂ ਅਨੁਸਾਰੀ ਹੋ ਜਾਂਦੇ ਆ, ਜਿਹੜੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਆ, ਉਹਨਾਂ ਨੂੰ ਤਾਕਤਾਂ ਦਾ ਕੋਈ ਮਤਲਬ ਹੀ ਨਹੀਂ ਰਹਿੰਦਾ। ਉਹ ਤਾਂ ਗੁਰੂ ਦੀ ਹੁਕਮ ਦੀ, ਗੁਰੂ ਦੀ ਕਾਰ ਕਮਾਉਣ ਦੀ ਗੱਲ ਕਰਦੇ ਆ। ਜਿਸ ਤਰ੍ਹਾਂ ਗੁਰੂ ਦੀ ਗੱਲ ਕਰਨੀ ਹੈ, ਗੁਰੂ ਦੀ ਕਾਰ ਕਮਾਉਣੀ ਹੈ, ਗੁਰੂ ਅਨੁਸਾਰ ਜੀਣਾ ਹੈ। ਫਿਰ ਗੁਰੂ ਪਾਤਸ਼ਾਹ ਜੀ ਨੇ ਸੋਠ ਰਾਗ ਦੇ ਵਿੱਚ ਇੱਕ ਹੋਰ ਬਚਨ ਗੁਰੂ ਅਮਰਦਾਸ ਮਹਾਰਾਜ ਦਾ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਭਗਤਾਂ ਨੂੰ ਜਮ ਜੋਹ ਨਾ ਸਾਕੈ, ਕਾਲ ਨਾ ਨੇੜੇ ਜਾਈ। ਮੌਤ ਦਾ ਡਰ ਮੁੱਕ ਜਾਂਦਾ ਹੈ, ਮੌਤ ਦਾ ਭੈ ਖਤਮ ਹੋ ਜਾਂਦਾ ਹੈ। ਉਹ ਆਤਮਕ ਮੌਤ ਤੇ ਮਰਦਾ ਹੀ ਨਹੀਂ। ਮੌਤ ਨਾਲ ਨੇੜੇ, ਮੌਤ ਸਰੀਰਕ ਮੌਤ ਹਰ ਕਿਸੇ ਨੂੰ ਆਉਣੀ ਹੈ। ਸਰੀਰ ਕਿਸੇ ਦਾ ਨਹੀਂ ਰਹਿਣਾ, ਪਰ ਆਤਮਕ ਮੌਤ ਤੇ ਨਹੀਂ ਮਰਦੇ। ਜਿਹੜਿਆਂ ਨੂੰ ਨਾ ਹੀ ਉਹਨਾਂ ਨੂੰ ਮੌਤ ਦਾ ਡਰ ਰਹਿੰਦਾ ਹੈ, ਉਹਨਾਂ ਦੇ ਅੰਦਰ ਕੀ ਹੁੰਦਾ? ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਉਹਨਾਂ ਦਾ ਬੰਧਨ ਕੌਣ ਕੱਟਦਾ? ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦਾ ਨਾਮ। ਫਿਰ ਕਹਿੰਦੇ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ। ਰਿੱਧੀਆਂ ਸਿੱਧੀਆਂ ਤਾਂ ਗੁਰਮੁਖਾਂ ਦੇ ਚਰਨਾਂ ਵਿੱਚ ਤੁਰੀਆਂ ਫਿਰਦੀਆਂ, ਜਿਨ੍ਹਾਂ ਨੂੰ ਤੁਸੀਂ ਸਾਰੀ ਉਮਰ ਗਾਲ ਕੇ ਇਹ ਤਾਕਤਾਂ ਪ੍ਰਾਪਤ ਕਰਦੇ ਹੋ। ਉਹ ਜੋਗੀਓ ਜਿਹੜੇ ਗੁਰੂ ਅਨੁਸਾਰੀ ਹੋ ਜਾਂਦੇ ਆ, ਇਹ ਰਿੱਧੀਆਂ ਸਿੱਧੀਆਂ ਸਾਰੀਆਂ ਉਹਨਾਂ ਦੇ ਚਰਨਾਂ ਵਿੱਚ ਰੁਲਦੀਆਂ ਫਿਰਦੀਆਂ ਹਨ। ਉਹ ਪ੍ਰਵਾਹ ਨਹੀਂ ਕਰਦੇ ਇਹਨਾਂ ਤਾਕਤਾਂ ਦੀ, ਉਹਨਾਂ ਦੇ ਚਰਨਾਂ 'ਚ ਤੁਰੀਆਂ ਫਿਰਦੀਆਂ ਹਨ। ਗੁਰ ਕੈ ਸਹਿਜ ਸੁਭਾਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ, ਮਨ ਜਿਹੜੇ ਮਨਮੁਖ ਹਨ, ਉਹਨਾਂ ਨੂੰ ਇਹ ਸੁਆਉ ਪ੍ਰਾਪਤ ਨਹੀਂ ਹੁੰਦਾ। ਉਹਨਾਂ ਦਾ ਲੋਭ ਦਾ, ਉਹਨਾਂ ਦੀ ਸਾਰੀ ਬਿਰਤੀ ਲੋਭ ਵਿੱਚ ਹੁੰਦੀ ਹੈ। ਜਿਹੜੇ ਗੁਰਮੁਖ ਗੁਰੂ ਅਨੁਸਾਰੀ ਹਨ, ਉਹ ਅਸਲ ਵਿੱਚ ਇਹ ਚੀਜ਼ਾਂ ਪ੍ਰਾਪਤ ਕਰਦੇ ਨੇ। ਮਨਮੁਖਾਂ ਨੂੰ ਪ੍ਰਤੀਤ ਨਾ ਆਈ, ਪ੍ਰਤੀਤ ਨਾ ਆਵੇ। ਮਨਮੁਖਾਂ ਨੂੰ ਨਹੀਂ, ਜਿਹੜੇ ਮਨ ਦੀ ਮੱਤ ਵਿੱਚ ਚੱਲਣ ਵਾਲੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਲੋਭ ਹੈ, ਲਾਲਚ ਹੈ, ਆਪਣਾ ਮਤਲਬ ਹੈ। ਤੇ ਇਹਦਾ ਮਤਲਬ ਇਹ ਹੋ ਗਿਆ, ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਈ ਹੈ, ਇਸ ਦਾ ਨਿਸ਼ਾਨ, ਇਹ ਮਤਲਬ ਇਹ ਸਮਝਾਉਂਦਾ ਸਾਨੂੰ ਵੀ ਇਹ ਜਿਹੜੇ ਗੁਰੂ ਤੋਂ ਹੁਕਮ ਤੋਂ ਉਲਟ ਕੰਮ ਕਰਨੇ, ਇਹਨੂੰ ਗੁਰਮਤਿ ਨੇ ਉਲਟ ਕੰਮ ਕਿਹਾ। ਇੱਕ ਛੋਟੀ ਜਿਹੀ ਘਟਨਾ ਇਤਿਹਾਸ ਦੀ ਯਾਦ ਆਈ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਤਲੁਜ ਦਰਿਆ ਪਾਰ ਕਰਨਾ ਸੀ। ਸਤਲੁਜ ਦਰਿਆ ਪਾਰ ਕਰਨ ਲਈ ਬੇੜੀ ਤੇ ਸਵਾਰ ਹੋਏ, ਤੇ ਬੇੜੀ ਦੇ ਵਿੱਚ ਇੱਕ ਕੁੱਗਿਆ ਹੋਇਆ ਜੋਗੀ ਸਿੱਧ ਬੈਠਾ ਸੀ।
ਉਹਦਾ ਇੱਕ ਸਾਥੀ ਦਰਿਆ ਦੇ ਉੱਤੇ ਤੁਰਿਆ ਜਾ ਰਿਹਾ, ਪਾਣੀ ਦੇ ਉੱਤੇ। ਉਹਦਾ ਇੱਕ ਸਾਥੀ ਦਰਿਆ ਪਾਣੀ ਦੇ ਉੱਤੇ ਤੁਰ ਕੇ ਦਰਿਆ ਨੂੰ ਪਾਰ ਕਰ ਰਿਹਾ। ਦਰਿਆ ਪਾਰ ਹੋਇਆ, ਜੋਗੀ ਨੇ ਸਵਾਲ ਕੀਤਾ, ਪਾਤਸ਼ਾਹ ਜੀ, ਗੁਰੂ ਜੀ, ਤੁਸੀਂ ਇੰਨੀ ਤਾਕਤਾਂ ਦੇ ਮਾਲਕ ਹੋ, ਤੁਸੀਂ ਪਾਣੀ ਤੇ ਤੁਰ ਕੇ ਦਿਖਾਓ। ਤੇ ਸਤਿਗੁਰੂ ਮਹਾਰਾਜ ਦਾ ਅਗਲਾ ਮੋੜਵਾਂ ਸਵਾਲ ਸੀ, ਜੋਗੀ ਜੀ, ਕਿੰਨੇ ਸਾਲ ਦੀ ਮਿਹਨਤ ਤੋਂ ਬਾਅਦ ਤੁਹਾਨੂੰ ਇਹ ਸ਼ਕਤੀ ਪ੍ਰਾਪਤ ਹੋਈ? ਕਹਿੰਦੇ ਜੋ ਜ਼ਿੰਦਗੀ ਦੇ ਤੱਤ ਵੱਡੇ ਵਰੇ ਲੱਗ ਜਾਂਦੇ ਹਨ। ਤੇ ਕਹਿੰਦੇ ਉਹਦਾ ਮੁੱਲ ਕੀ ਹੈ? 2 ਟਕੇ, ਜਿਹਦਾ ਮੁੱਲ ਤਾਰ ਕੇ ਮੈਂ ਦਰਿਆ ਪਾਰ ਕਰ ਲਿਆ। ਦੱਸ ਜ਼ਿੰਦਗੀ ਬਰਬਾਦ ਕਰਨ ਦੀ ਲੋੜ ਕੀ ਹੈ? ਜਿਹੜੀ ਚੀਜ਼ਾਂ ਵਿੱਚ ਮਿਲਣਾ ਕੁਛ ਨਹੀਂ, ਜਿਹੜੀ ਚੀਜ਼ਾਂ ਕੇਵਲ ਲੋਕਾਂ ਨੂੰ ਭਰਮਾਉਣ ਲਈ ਹਨ, ਇਹ ਗੁਰਮਤ ਅਨੁਸਾਰੀ ਨਹੀਂ ਹੋ ਸਕਦੀਆਂ। ਗੁਰਮੁਖ ਕੋਲ ਇਹ ਸ਼ਕਤੀਆਂ ਆ ਜਾਂਦੀਆਂ ਹਨ। ਇਹ ਗੱਲ ਮੰਨਣੀ ਜਿਹੜੀ ਗੁਰੂ ਸਾਹਿਬ ਜੀ ਨੇ ਸਮਝਾਈ ਹੈ। ਜਿਹੜਾ ਮਨੁੱਖ ਗੁਰੂ ਅਨੁਸਾਰੀ ਹੋ ਜਾਂਦਾ, ਉਹਦੇ ਕੋਲ ਸੁੱਧੀ ਤੇ ਉਹਦੇ ਕੋਲ ਬੁੱਧੀ ਵੀ ਆ ਜਾਂਦੀ ਹੈ। ਬੁੱਧੀ, ਚੇਤਨਤਾ ਵੀ ਆ ਜਾਂਦੀ ਹੈ, ਅਕਲ ਵੀ ਆ ਜਾਂਦੀ ਹੈ। ਬੁੱਧੀ ਦਾ ਅਰਥ ਗੁਰੂ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਜੀ ਨੇ 2 ਚੀਜ਼ਾਂ ਕੀਤੀਆਂ, ਇੱਕ ਸੁੱਧੀ ਹੈ, ਇੱਕ ਬੁੱਧੀ ਹੈ। ਅਸ਼ਟ ਸਿੱਧੀ ਸਭ ਬੁੱਧੀ ਹੈ। 68 ਪ੍ਰਕਾਰ ਦੀਆਂ ਸਿੱਧੀਆਂ, ਜਿਹੜੀਆਂ ਵੱਡੀਆਂ ਸਿੱਧੀਆਂ ਜਿਹੜੇ ਜੋਗੀ ਆਮ ਵਰਤਦੇ ਹਨ। ਤੇ ਬੁੱਧੀ ਦਾ ਅਰਥ ਅਕਲ। ਆਪਾਂ ਅੱਗੇ ਦੀ ਵਿਚਾਰ ਕਰ ਚੁੱਕੇ ਹਾਂ ਬੁੱਧੀ ਦੀ, ਵੀ ਅੰਤਕਰਨ ਦੇ ਇਹ ਕੁਛ ਹਿੱਸੇ ਆ ਜਿਹਦੇ ਚ ਇੱਕ ਬੁੱਧੀ ਆਉਂਦੀ ਹੈ, ਜਿਹੜੀ ਅਕਲ ਹੈ। ਇਹ ਉਹਨੂੰ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਹੁਣ ਗੁਰੂ ਸਾਹਿਬ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੀ ਸਾਨੂੰ ਗੱਲ ਸਮਝਾ ਦਿੱਤੀ ਵੀ ਜਿਹੜੇ ਗੁਰੂ ਅਨੁਸਾਰੀ ਬਣ ਜਾਂਦੇ ਹਨ, ਉਹਨਾਂ ਨੂੰ ਗੁਰੂ ਦੇ ਬੰਦਗੀ ਜਾਂ ਗੁਰੂ ਦੇ ਸ਼ਬਦ ਦੇ ਮੁਤਾਬਕ, ਗੁਰੂ ਦੇ ਸ਼ਬਦ ਅਨੁਸਾਰ ਹੀ ਚੱਲ ਕੇ ਉਹਨਾਂ ਨੂੰ ਸਾਰੀ ਸੁੱਧ ਬੁੱਧ ਵੀ ਆ ਜਾਂਦੀ ਹੈ, ਚੇਤਨਤਾ ਵੀ ਆ ਜਾਂਦੀ ਹੈ, ਸਮਝ ਵੀ ਆ ਜਾਂਦੀ ਹੈ, ਅਕਲ ਵੀ ਆ ਜਾਂਦੀ ਹੈ। ਉਹ ਸਿਆਣੇ ਬਣ ਜਾਂਦੇ ਹਨ। ਉਹ ਸਿਆਣੇ ਹਨ ਜਿਹੜੇ ਗੁਰੂ ਅਨੁਸਾਰੀ ਹੋ ਜਾਂਦੇ ਨੇ। ਬੰਦਾ ਵੱਡਾ ਡਿਗਰੀ ਲੈ ਲਵੇ, ਬਹੁਤ ਵੱਡਾ ਪੜ੍ਹ ਲਿਖ ਜਾਏ, ਗੁਰੂ ਮਹਾਰਾਜ ਦੀਆਂ ਨਜ਼ਰਾਂ ਵਿੱਚ ਤੇ ਖਸਮੇ ਨਜ਼ਰੀ ਕੀੜਾ ਆਵੇ ਹੈ, ਉਹ ਤਾਂ ਕੀੜਿਆਂ ਵਰਗਾ ਹੀ ਹੈ, ਉਹਦੀ ਕੋਈ ਵੈਲਿਊ ਨਹੀਂ ਹੈ। ਜੇ ਉਹਨੇ ਪਰਮੇਸ਼ਰ ਦੇ ਬੰਦਗੀ ਨਾਲ ਆਪਣਾ ਪਿਆਰ ਨਹੀਂ ਪਾਇਆ, ਗੁਰੂ ਸ਼ਬਦ ਨਾਲ ਆਪਣੀ ਪ੍ਰੀਤ ਨਹੀਂ ਪਾਈ। ਜਿਹੜਾ ਗੁਰੂ ਅਨੁਸਾਰੀ ਨਹੀਂ ਬਣਿਆ, ਉਹ ਇਹਨਾਂ ਜਿੰਨੀਆਂ ਮਰਜ਼ੀ ਤਾਕਤਾਂ ਦਾ ਮਾਲਕ ਬਣ ਜਾਏ, ਜਿੰਨਾ ਮਰਜ਼ੀ ਧਨਾੜ ਹੋ ਜਾਏ, ਜਿੰਨਾ ਮਰਜ਼ੀ ਅਮੀਰ ਹੋ ਜਾਏ, ਜਿੰਨੀ ਮਰਜ਼ੀ ਮਾਇਆ ਦਾ ਅੰਬਾਰ ਉਹਦੇ ਕੋਲ ਲੱਗ ਜਾਏ, ਉਹਦੀ ਕੀ ਵੈਲਿਊ ਹੈ? ਕੋਈ ਕੀਮਤ ਨਹੀਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਗੁਰਮੁਖ ਕੋਲ, ਜਿਹੜਾ ਗੁਰੂ ਅਨੁਸਾਰੀ ਹੈ, ਉਹਦੇ ਕੋਲ ਤੇ ਤਾਕਤਾਂ ਆਪਣੇ ਆਪ ਹੀ ਆ ਜਾਂਦੀਆਂ ਹਨ। ਫਿਰ ਉਹ ਉਹਨਾਂ ਸ਼ਕਤੀਆਂ ਦੇ ਸਹਾਰੇ, ਅੰਦਰਲੀ ਤਾਕਤ ਦੇ ਸਹਾਰੇ ਜੀਵਨ ਦੀ ਸਫਲਤਾ ਦੇ ਰਾਜ ਨੂੰ ਪਛਾਣ ਲੈਂਦਾ ਹੈ ਵੀ ਜੀਵਨ ਦੀ ਸਫਲਤਾ ਕਿਹਦੇ ਵਿੱਚ ਹੈ। ਉਸ ਨੂੰ ਚੰਗੇ ਮਾੜੇ ਦੀ ਪਛਾਣ ਹੋ ਜਾਂਦੀ ਹੈ, ਸਾਰ ਅਫਸਰ ਦੀ ਪਛਾਣ ਆ ਜਾਂਦੀ ਹੈ, ਗੁਣ ਤੇ ਔਗਣ ਕੀ ਹੈ ਸਾਰੀ ਸਮਝ ਆ ਜਾਂਦੀ ਹੈ। ਇਹਨਾਂ ਨੂੰ ਜੀਵਨ ਵਿੱਚ ਗ੍ਰਹਿਣ ਕਰਦਿਆਂ ਹੋਇਆ ਫਿਰ ਆਪਣੀ ਮੰਜ਼ਿਲ ਵੱਲ ਨੂੰ ਆਪਣੇ ਕਦਮ ਵਧਾਉਂਦਾ ਹੈ, ਮੰਜ਼ਿਲ ਵੱਲ ਨੂੰ ਵੱਧਦਾ ਤੇ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਮੰਜ਼ਿਲ ਕੀ ਹੈ? ਨਿੱਕੀ ਜਿਹੀ ਜਿੰਦ ਨੂੰ ਸਰਵ ਵਿਆਪਕ ਜਿੰਦ ਵਿੱਚ ਭੇਦ ਕਰਨਾ, ਉਹਦੇ ਚ ਪਹੁੰਚ ਜਾਂਦਾ ਹੈ। ਤੇ ਜਿਹੜੇ ਦੂਜੇ ਹਨ, ਉਹਨਾਂ ਦੇ ਪੱਲੇ ਪਛਤਾਵਾ ਪੈਂਦਾ ਹੈ, ਤੇ ਜਿਹੜੇ ਗੁਰਮੁਖ ਹਨ, ਉਹ ਜੀਵਨ ਦੀ ਬਾਜੀ ਜਿੱਤ ਜਾਂਦੇ ਹਨ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਲ ਸਮਝਾਈ ਵੀ ਗੁਰੂ ਦੇ ਅਨੁਸਾਰੀ ਹੋਣਾ ਹੀ ਸਾਰੀਆਂ 8 ਕਰਾਮਾਤੀ ਤਾਕਤਾਂ ਤੇ ਅਕਲ ਦੀ ਪ੍ਰਾਪਤੀ ਹੋ ਜਾਂਦੀ ਹੈ। ਬੁੱਧੀ ਆ ਜਾਂਦੀ, ਅਕਲ ਆ ਜਾਂਦੀ ਹੈ, ਸ੍ਰੇਸ਼ਟ ਬੁੱਧੀ ਜਿਹਨੂੰ ਅਸੀਂ ਕਹਿੰਦੇ। ਜਿਹੜੀ ਬੁੱਧੀ ਫਿਰ ਕੀ ਕਰਦੀ ਹੈ? ਉਹ ਬੁੱਧੀ ਚੰਗੇ ਤਾਂ ਮਾੜੇ ਦੀ ਪਰਖ ਕਰਦੀ ਹੈ। ਇਸ ਪੌੜੀ ਦੀਆਂ ਅਗਲੀਆਂ ਪੌੜੀਆਂ 'ਚ ਸਾਰੀ ਗੱਲ ਆਏਗੀ। ਜਿਹਨੂੰ ਅਸੀਂ ਹੁਣ ਮਨਮੁਖ ਦੀ ਗੱਲ ਕਰਦੇ ਹਾਂ ਜਾਂ ਗੁਰਮੁਖ ਦੀ ਗੱਲ ਕਰਦੇ ਹਾਂ, ਵੀ ਇਹ ਬੁੱਧੀ ਨੇ ਗੁਰੂ ਮਹਾਰਾਜ ਨੇ ਦਿੱਤੀ, ਅਕਲ ਬੁੱਧੀ ਦਿੱਤੀ ਜਦੋਂ ਗੁਰੂ ਅਨੁਸਾਰੀ ਹੋਇਆ। ਉਹਨੇ ਅਸੀਂ ਸੋਚ ਬਣਾਤੀ, ਹੁਣ ਮਨ ਬਾਹਰ ਮੁਖੀ ਦੀ ਥਾਂ ਤੇ ਅੰਤਰਮੁਖੀ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ, ਗੁਰਮੁਖ ਭਵਜਲ ਤਰੀਐ ਸਚ ਸੁਧੀ। ਗੁਰਮੁਖ
ਸੁਧੀ ਦਾ ਅਰਥ ਸ੍ਰੇਸ਼ਟ ਮਤ, ਸੁਧੀ ਦਾ ਅਰਥ ਹੈ ਸਭ ਤੋਂ ਵਧੀਆ ਮਤ, ਸਿਆਣਪ। ਦੁਨੀਆ ਦੀਆਂ ਸਿਆਣਪਾਂ ਚਤੁਰਾਈਆਂ ਦੇ ਨਾਲ ਕਰਤਾਰ ਨੂੰ ਨਹੀਂ ਮਿਲਿਆ ਜਾ ਸਕਦਾ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ। ਜੇ ਪਰਮੇਸ਼ਰ ਦੇ ਦਰ ਤੇ ਸੁਰਖਰੂ ਹੋਣਾ ਲੋੜਦਾ ਹੈ ਤੇ ਵਾਹਿਗੁਰੂ ਦੀ ਬੰਦਗੀ ਵਿੱਚ ਆਪਣੀ ਸੁਰਤ ਜੋੜ। ਇਹ ਚਾਕਰੀਆਂ, ਇਹ ਸਿਆਣਪਾਂ ਇਹ ਨਾਲ ਨਹੀਂ ਜਾਣੀਆਂ। ਚਤੁਰਾਈ ਨਾ ਚਤਰ ਭੁਜ ਪਾਈਐ। ਕਦੀ ਚਲਾਕੀਆਂ ਨਾਲ ਵੀ ਕਿਸੇ ਨੇ ਪਰਮੇਸ਼ਰ ਨੂੰ ਪਾਇਆ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਫਿਰ ਦੁਬਾਰਾ ਪੱਕਾ ਕੀਤਾ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਦੁਬਾਰਾ, ਤਦ ਕਿ ਸ਼ਾਇਦ ਇੱਕ ਵਾਰੀ ਦੀ ਗੱਲ ਸਮਝ ਨਾ ਆਵੇ। ਉਹ ਮਨ ਮੇਰਿਆ ਖਿਆਲ ਨਾ ਸੁਣ। ਗੁਰੂ ਸਾਹਿਬ ਦਾ ਮਨ ਆਪਣੇ ਮਨ ਨੂੰ ਨਤੇੜੀ ਸਾਨੂੰ ਸਮਝਾਉਣ ਦੀ ਗੱਲ ਕਰਦੇ ਨੇ। ਉਹ ਭੋਲੇ ਆਪਣੇ ਮਨ ਨੂੰ ਸਮਝਾਓ ਵੀ ਇਹ ਅਕਲ ਜਿਹੜੀ ਸ੍ਰੇਸ਼ਟ ਸਿਆਣਪ ਜਿਹੜੀ ਹੈ, ਇਹ ਸੰਸਾਰ ਦੀਆਂ ਰੀਤਾਂ ਨਿਭਾਉਂਦਿਆਂ ਨਹੀਂ ਆਉਂਦੀ, ਗੁਰੂ ਅਨੁਸਾਰੀ ਹੋ ਕੇ ਪ੍ਰਾਪਤ ਹੁੰਦੀ ਹੈ। ਤੇ ਇਹਨਾਂ ਸਿਆਣਪਾਂ ਨੂੰ ਛੱਡ ਦੇ, ਕਿਉਂਕਿ ਇਹਨਾਂ ਸਿਆਣਪਾਂ ਨਾਲ ਕਰਤਾਰ ਨਹੀਂ ਮਿਲਦਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਉਹ ਭਾਈ ਛੱਡ ਦਿਓ ਗੱਲਾਂ, ਉਸ ਕਰਤਤੀ ਆਪਣੀਆਂ ਸਿਆਣਪਾਂ ਛੱਡੋ, ਚਲਾਕੀਆਂ ਛੱਡੋ, ਕਿਉਂਕਿ ਇਹ ਚਲਾਕੀਆਂ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ। ਪਰ ਜਿਹੜੇ ਗੁਰੂ ਅਨੁਸਾਰੀ ਹਨ ਉਹ ਚੰਗੀ ਅਕਲ ਬੁੱਧ ਪ੍ਰਾਪਤ ਕਰ ਲੈਂਦੇ ਨੇ ਔਰ ਸੰਸਾਰ ਭਵਜਲ ਤੋਂ ਪਾਰ ਹੋ ਜਾਂਦੇ ਹਨ। ਗੁਰਮੁਖ ਭਵਜਲ ਤਰੀਐ ਸੱਚ ਸੁਧੀ। ਚੰਗੀ ਸ੍ਰੇਸ਼ਟ ਅਕਲ ਦੇ ਆਸਰੇ ਦੇ ਉੱਤੇ ਉਹ ਸੰਸਾਰ ਭਵਜਲ ਨੂੰ ਪਾਰ ਕਰ ਜਾਂਦੇ ਹਨ। ਹੁਣ ਅਗਲੀ ਪੰਕਤੀ ਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਲ ਸਮਝਾਈ ਵੀ ਜਿਹੜੇ ਗੁਰੂ ਅਨੁਸਾਰੀ ਹਨ, ਗੁਰਮੁਖ ਹਨ, ਗੁਰੂ ਦੀ ਸ਼ਰਨ ਪੈ ਗਏ ਹਨ, ਉਹ ਕੀ ਹੈ? ਗੁਰਮੁਖ ਸਰ ਅਪਸਰ ਬਿਦ ਜਾਣੇ। ਉਹਨੂੰ ਸਰ ਤੇ ਅਪਸਰ, ਚੰਗਾ ਤੇ ਮਾੜਾ, ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਵੀ ਚੰਗਾ ਕੀ ਹੈ, ਮਾੜਾ ਕੀ ਹੈ। ਬਸ ਪਹਿਚਾਨ ਹੀ ਤਾਂ ਸਭ ਤੋਂ ਔਖੀ ਬਾਤ ਹੈ। ਜੋ ਅਸੀਂ ਚੰਗਾ ਸਮਝਦੇ ਹਾਂ ਅਸਲ ਵਿੱਚ ਉਹ ਚੰਗਾ ਨਹੀਂ। ਜਿਸ ਨੂੰ ਅਸੀਂ ਤਿਆਗਦੇ ਹਾਂ ਅਸਲ ਵਿੱਚ ਉਹ ਚੰਗਾ ਸੀ। ਸਾਡੀ ਸੋਚ ਕੇਵਲ ਦੁਨੀਆ ਦੇ ਸਤਹ ਦੇ ਉੱਤੇ ਖੜੀ ਹੈ, ਪਰ ਅਸੀਂ ਆਪਣੇ ਆਪ ਨੂੰ ਮਾਪਦੇ ਵੀ ਦੁਨੀਆ ਦੇ ਇਹ ਧਨ ਦੌਲਤ ਤੇ ਇਹਨਾਂ ਚੀਜ਼ਾਂ ਦੇ ਨਾਲ ਹਾਂ। ਸਾਡੀ ਸੋਚ ਇੱਥੇ ਖੜੀ ਹੈ ਔਰ ਸਾਡਾ ਪੈਮਾਨਾ ਵੀ ਇਹੋ ਹੀ ਹੈ, ਸਾਡੀ ਸੋਚ ਦਾ ਪੈਮਾਨਾ ਵੀ ਇਹੋ ਹੀ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਗੱਲ ਸਾਨੂੰ ਸਮਝਾ ਦਿੱਤੀ, ਉਹ ਕਹਿੰਦੇ ਦੇਖੋ ਬਈ, ਜਦ ਤੱਕ ਚੰਗੇ ਤੇ ਮਾੜੇ ਦੀ ਪਹਿਚਾਨ ਨਹੀਂ ਹੁੰਦੀ ਉਦੋਂ ਤੱਕ ਜੀਵਨ ਦੀ ਮੰਜ਼ਿਲ ਤੇ ਪ੍ਰਾਪਤੀ ਨਹੀਂ ਹੋ ਸਕਦੀ। ਸਮਾਜ ਵਿੱਚ ਵੀ ਆਪਾਂ ਵਿਚਰਦੇ ਹਾਂ, ਚੰਗੇ ਤੇ ਮਾੜੇ ਦੀ ਪਰਖ ਤਾਂ ਬੜੀ ਜ਼ਰੂਰੀ ਹੈ। ਕਿਹੜਾ ਕੰਮ ਕਰੀਏ ਜਿਹਦੇ ਵਿੱਚ ਇੱਜ਼ਤ ਮਿਲੇ। ਲੋਕ ਮਨੁੱਖ ਸਮਾਜ ਵਿੱਚ ਵੀ ਇੱਜ਼ਤ ਚਾਹੁੰਦਾ ਹੈ, ਬਰਾਦਰੀ ਵਿੱਚ ਵੀ ਇੱਜ਼ਤ ਚਾਹੁੰਦਾ ਹੈ, ਘਰ ਵਿੱਚ ਵੀ ਇੱਜ਼ਤ ਚਾਹੁੰਦਾ ਹੈ। ਐਸੇ ਕੰਮ ਜਿਹੜੇ ਕੰਮਾਂ ਨਾਲ ਇੱਜ਼ਤ ਨਹੀਂ ਬਣਦੀ, ਗੁਰੂ ਪਾਤਸ਼ਾਹ ਨੇ ਤਿਆਗਣ ਦੀ ਗੱਲ ਕੀਤੀ। ਤਾਂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਕਹਿੰਦੇ ਨੇ ਵੀ ਦੇਖੋ, ਸੋਠ ਰਾਗ ਦਾ ਸ਼ਬਦ ਆਉਂਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ, ਕਹਿੰਦੇ ਨੇ ਅਵਗਨ ਛੋੜ ਗੁਣਾ ਕੋ ਧਾਵੋ, ਕਰ ਅਵਗਨ ਪਛਤਾਈ ਜੀਓ, ਸਾਰ ਅਵਸਰ ਕੀ ਸਾਰ ਨਾ ਜਾਣੇ, ਫਿਰ ਕੀਚ ਬੁਢਾਈ ਜੀਓ। ਉਹ ਚੰਗੇ ਮਾੜੇ ਦੀ ਜਿਹਨੂੰ ਪਹਿਚਾਨ ਨਹੀਂ, ਉਹਦਾ ਚਿੱਕੜ ਵਿੱਚ ਡੁੱਬਿਆ ਹੋਇਆ। ਹੁਣ ਚਿੱਕੜ 'ਚ ਡੁੱਬਾ ਹੋਇਆ ਜਿੰਨਾ ਮਰਜ਼ੀ ਪੈਰ ਬਾਹਰ ਨੂੰ ਕੱਢਣਾ ਚਾਹੇ ਹੋਰ ਦੂਰਾ ਥੱਲੇ ਨੂੰ ਖੁੰਭੀ ਜਾਂਦਾ। ਕਦੀ ਚਿੱਕੜ 'ਚ ਦੇਖੋ ਐਸੀ ਚੀਜ਼ ਬੰਦੇ ਦੀ ਹਾਲਤ ਬਣ ਜਾਂਦੀ ਹੈ, ਇੱਕ ਕਦਮ ਮਨੁੱਖ ਚੁੱਕਣਾ ਚਾਹੁੰਦਾ ਹੈ, ਉਹ ਕਦਮ ਬਾਹਰ ਤੱਕ ਹੀ ਕੱਢਣਾ ਹੋਰ ਥੱਲੇ ਨੂੰ ਹੋ ਜਾਂਦਾ। ਚਿੱਕੜ ਪਿੰਡਾਂ 'ਚ ਜਿਹੜੇ ਰਹਿਣ ਵਾਲੇ ਉਹਨਾਂ ਨੂੰ ਪਤਾ ਹੈ, ਜਦੋਂ ਝੋਨਾ ਚਾਵਲ ਜਦੋਂ ਬੀਜਣੇ ਹੁੰਦੇ ਆ
ਜਿਹਨੂੰ ਪਹਿਲਾਂ ਕਹਿੰਦੇ ਜੀ ਉਹਨੂੰ ਪਾਣੀ ਦੇ ਵਿੱਚ ਕੱਦੂ ਕਰਨਾ, ਉਹ ਹਾਲਾਤ ਕੀ ਹੁੰਦੀ ਹੈ ਜੇ ਬੰਦੇ ਪੈਦਲ, ਜਿਹੜੇ ਪਹਿਲਾਂ ਹੁਣ ਤਾਂ ਟਰੈਕਟਰ ਚੱਲ ਪਏ, ਤਾਂ ਪਹਿਲਾਂ ਪੈਦਲ ਕਰਦੇ ਸੀ। ਸਭ ਤੋਂ ਕਠਿਨ ਕੰਮ ਸੀ ਉਹ ਚਿੱਕੜ ਦੇ ਵਿੱਚੋਂ ਹਲ ਨੂੰ ਵਾਹੁਣਾ। ਮਤਲਬ ਭਾਵ ਮੇਰਾ ਕਹਿਣ ਦਾ ਮਤਲਬ ਹੈ, ਚਿੱਕੜ ਵਿੱਚੋਂ ਕਦਮਾਂ ਨੂੰ ਕੱਢਣਾ ਬੜੀ ਔਖੀ ਬਾਤ ਹੈ। ਤੇ ਗੁਰੂ ਮਹਾਰਾਜ ਕਹਿੰਦੇ ਨੇ ਤੈਨੂੰ ਚੰਗੇ ਤੇ ਮਾੜੇ ਦੀ ਤਾਂ ਪਛਾਣ ਹੀ ਨਹੀਂ, ਤੇ ਤੂੰ ਮੁੜ ਮੁੜ ਕੇ ਚਿੱਕੜ ਦੇ ਵਿੱਚ ਹੀ ਫਸੀ ਜਾਂਦਾ। ਹੁਣ ਜਦ ਤੱਕ ਪਛਾਣ ਨਹੀਂ ਹੁੰਦੀ, ਉਦੋਂ ਤੱਕ ਅਸੀਂ ਇਸ ਚਿੱਕੜ ਚੋਂ ਬਾਹਰ ਵੀ ਨਹੀਂ ਆ ਸਕਦੇ। ਚੰਗਾ ਕੀ ਹੈ, ਮਾੜਾ ਕੀ ਹੈ, ਇਹਦੀ ਪਛਾਣ ਬੜੀ ਜ਼ਰੂਰੀ ਹੈ। ਸਰ ਅਫਸਰ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ। ਪਰ ਜਿਹੜੇ ਗੁਰਮੁਖ ਹਨ, ਗੁਰੂ ਦੀ ਮੱਤ ਲੈਣ ਵਾਲੇ, ਗੁਰੂ ਅਨੁਸਾਰੀ ਨੇ, ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ। ਉਹ ਫਿਰ ਗੁਣ ਵਿਹਾਜਦੇ ਹਨ। ਨਹੀਂ ਤਾਂ ਫਿਰ ਗੁਰੂ ਪਾਤਸ਼ਾਹ ਕਹਿੰਦੇ ਚੰਗੇ ਤਾਂ ਮਾੜੇ ਦੀ ਪਰਖ ਤੈਨੂੰ ਨਾ ਆਈ ਨਾ, ਫਿਰ ਪਛਤਾਉਣਾ ਪਏਗਾ। ਵਣਜ ਕਰੋ ਮਕਸੂਦ ਲਿਓ, ਮਤ ਪਛਤਾਵੋ, ਕਿਤੇ ਐਸਾ ਨਾ ਤੈਨੂੰ ਪਛਤਾਉਣਾ ਹੀ ਪੈ ਜਾਏ। ਔਗਣ ਛੋਡੋ ਗੁਣ ਕਰੋ, ਐਸੇ ਤਤ ਪਰਾਵੋ। ਕਹਿੰਦੇ ਵਣਜ ਕਰ, ਕੁਛ ਲਾਹਾ ਮਿਲੇਗਾ, ਕਿਤੇ ਇਹ ਨਾ ਹੋਵੇ ਕਿ ਤੈਨੂੰ ਇੱਥੇ ਪਛਤਾਉਣਾ ਹੀ ਪੈ ਜਾਏ। ਔਗਣ ਛੋਡੋ ਗੁਣ ਕਰੋ, ਐਸੇ ਤਤ ਪਰਾਵੋ। ਔਗਣ ਛੱਡ ਤੇ ਗੁਣਾ ਨਾਲ ਸਾਂਝ ਪਾ। ਧਰਮ ਭੂਮ ਸਤ ਬੀਜ ਕਰ, ਐਸੀ ਕਿਰਸ ਕਮਾਵੋ। ਤਾਂ ਵਪਾਰੀ ਜਾਣੀਐ, ਲਾਹਾ ਲੈ ਜਾਵੋ। ਲੋ ਬਈ, ਕਹਿੰਦੇ ਵਪਾਰ ਤਾਂ ਸਾਰੇ ਕਰਦੇ ਆ। ਬੜਾ ਪੈਸਾ ਕਮਾਇਆ, ਬੜੇ ਨੋਟ ਛਾਪੇ, ਭਾਵੇਂ ਠੱਗੀਆਂ ਮਾਰ ਮਾਰ ਕੇ ਛਾਪੇ, ਬੜੇ ਵੱਡੇ ਵੱਡੇ ਬੋਰਡ ਲਾਏ, ਬੜੇ ਵੱਡੇ ਅਸੀਂ ਚਮਕਾ ਕੇ ਕੰਮ ਕੀਤਾ। ਦੇਖੋ ਇਹ ਜਿੰਨੇ ਵੱਡੀਆਂ ਨੇਮ ਪਲੇਟਾਂ ਨੇ, ਇਹਦੇ ਚ ਉਹਨਾਂ ਸਚਾਈ ਨਹੀਂ ਹੈ। ਜਰਾ ਖਿਆਲ ਕਰਕੇ ਦੇਖਿਓ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਉਹ ਜੇ ਕਰਨਾ ਕੀ ਹੈ, ਧਰਮ ਰੂਪੀ ਭੂਮੀ ਬਣਾ, ਸੱਤ ਦਾ ਬੀਜ ਫਿਰ ਕਿਰਤ ਕਮਾਰ, ਇਹ ਮਿਹਨਤ ਕਰ। ਜੇ ਵਪਾਰੀ ਤਾਂ ਹੀ ਚੰਗਾ ਜੇ ਲਾਹਾ ਮਿਲੇਗਾ ਤਾਂ। ਇਹੋ ਜਿਹਾ ਵਪਾਰ ਕਰ। ਗੁਰੂ ਪਾਤਸ਼ਾਹ ਜੀ ਨੇ ਗੱਲ ਸਾਨੂੰ ਸਮਝਾ ਦਿੱਤੀ ਹੈ। ਇੱਕ ਬੜੀ ਸੋਹਣੀ ਦ੍ਰਿਸ਼ਟਾਂਤ ਗੁਰੂ ਨਾਨਕ ਦੇਵ ਮਹਾਰਾਜ ਨੇ ਸਰ ਅਫਸਰ ਦੇ ਬਾਰੇ ਚ ਆਸਾ ਕੀ ਵਾਰ ਦੇ ਵਿੱਚ ਦਿੱਤਾ ਹੈ। ਆਸਾ ਕੀ ਵਾਰ ਵਿੱਚ ਕਹਿੰਦੇ ਨੇ ਸਿਮਲ ਦੇ ਰੁੱਖ ਦੀ ਉਦਾਹਰਨ ਦਿੰਦਿਆਂ ਹੋਇਆ ਵੀ ਸਿਮਲ ਦਾ ਰੁੱਖ ਬੜਾ ਖੂਬਸੂਰਤ ਹੈ, ਬੜਾ ਲੰਬਾ ਹੈ, ਮੋਟਾ ਵੀ ਬਹੁਤ ਹੈ, ਪੱਤੇ ਬੜੇ ਸੰਘਣੇ ਨੇ, ਛਾਂ ਵੀ ਸੰਘਣੀ ਹੈ, ਫੁੱਲ ਵੀ ਬੜੇ ਲੱਗਦੇ ਨੇ, ਫਲ ਵੀ ਲੱਗਦਾ ਹੈ। ਪਰ ਸਿਮਲ ਦੇ ਰੁੱਖ ਦੀ ਦੂਰੋਂ ਪੰਛੀ ਅਸਮਾਨ ਵਿੱਚ ਉੜਦੇ ਨੇ, ਉਡਾਰੀਆਂ ਮਾਰਦੇ ਪੰਛੀ ਆਉਂਦੇ ਨੇ ਭੁਲੇਖਾ ਖਾ ਕੇ ਕਿ ਸਿਮਲ ਦੇ ਰੁੱਖ ਦੇ ਉੱਤੇ ਬੈਠ ਕੇ ਆਪਣੇ ਆਲਣਾ ਬਣਾਵਾਂਗੇ, ਘਰ ਬਣਾਵਾਂਗੇ, ਕੁਝ ਸਮਾਂ ਜ਼ਿੰਦਗੀ ਦਾ ਇੱਥੇ ਕੱਟਿਆ ਜਾਏਗਾ, ਇੱਥੇ ਖਾਣ ਲਈ ਫਲ ਵੀ ਹਨ, ਇੱਥੇ ਖਾਣ ਲਈ ਰਹਿਣ ਲਈ ਸੰਘਣੇ ਦੇ ਆਲਣਾ ਵੀ ਚੰਗਾ ਬਣ ਜਾਏਗਾ, ਸੇਫ ਜਗ੍ਹਾ ਲੱਗਦੀ ਹੈ ਦੇਖਣ ਨੂੰ। ਪੰਛੀ ਆਉਂਦੇ ਨੇ ਸਿਮਲ ਦੇ ਰੁੱਖ ਤੇ ਆ ਕੇ, ਪਰ ਖਿਆਲ ਕਰਨਾ ਉਹਨਾਂ ਅੰਦਰ ਗੁਰੂ ਮਹਾਰਾਜ ਨੇ ਇੱਕ ਚੇਤਨਤਾ ਬਖਸ਼ੀ ਹੋਈ ਹੈ। ਚੇਤਨਤਾ, ਅਕਲ ਨਹੀਂ ਕਹਿ ਰਿਹਾ ਮੈਂ, ਬੁੱਧੀ ਦੀ ਗੱਲ ਨਹੀਂ ਕਰ ਰਿਹਾ। ਚੇਤਨਤਾ ਇਹ ਬਖਸ਼ੀ ਹੈ ਵੀ ਜਿੱਥੇ ਘਰ ਬਣਾਉਣਾ ਹੈ ਉਹਨੂੰ ਪਰਖ ਤਾਂ ਲਈਏ। ਉਹ ਪਰਖ ਕਰਦੇ ਰਹੇ, ਪਹਿਲਾਂ ਲੱਗੇ ਹੋਏ ਫਲ ਨੂੰ ਚੁੰਝ ਮਾਰ ਕੇ ਦੇਖਤਾ ਲਈਏ। ਜਦੋਂ ਫਲ ਫਿੱਕੇ ਨੇ, ਜਿਹਦਾ ਕੋਈ ਨਹੀਂ, ਤਾਂ ਉਹ ਉੱਥੇ ਆਲਣਾ ਨਹੀਂ ਬਣਾਉਂਦੇ। ਉਹਨਾਂ ਦੀ ਚੇਤਨਤਾ, ਪੰਛੀ ਕਿਸੇ ਬੁੱਧੀ ਲੈਣ ਲਈ ਸਕੂਲ ਚ ਨਹੀਂ ਗਏ, ਉਹ ਕਿਸੇ ਕਾਲਜ ਵਿੱਚ ਨਹੀਂ ਗਏ, ਉੱਥੇ ਯੂਨੀਵਰਸਿਟੀਆਂ ਨਹੀਂ ਹਨ ਜਿੱਥੋਂ ਮਨੁੱਖ ਨੇ ਅਕਲ ਸਿੱਖੀ ਹੈ। ਉਹਨਾਂ ਅੰਦਰ ਇੱਕ ਚੇਤਨਤਾ ਹੈ ਵੀ ਚੰਗੇ ਮਾੜੇ ਨੂੰ ਮਾੜਾ ਮੋਟਾ ਦੇਖਦੇ ਨੇ, ਵੀ ਜਿੱਥੇ ਅਸੀਂ ਘਰ ਬਣਾਉਣਾ ਹੈ ਉਦੋਂ ਪਹਿਲਾਂ ਦੇਖਤਾ ਲਈਏ। ਪਰ ਹੈਰਾਨੀ ਦੀ ਗੱਲ ਹੈ, ਇਨਸਾਨ ਦੇ ਜਿਹਦਾ ਬੁੱਧੀ ਵੀ ਹੈ, ਚੇਤਨਤਾ ਵੀ ਹੈ,
अकल भी मालक ने दिती है, इन्हें कदी अकल की वरतों नहीं की। इस इत्थे टिकाणा पक्का घर जिहनूं समझ बैठा, ये घर इहदा है नहीं सी। असल च इहनूं चंगे माड़े दी अजे तक परख ही नहीं हुई। साडा सारा जिंदगी का समा जिहड़ा इसे पासे लंघ जाता है, चंगे माड़े की परख असीं कर नहीं सके। पर पंखी साडे चंगे ने, साडे नाल सियाणे ने। गुरु साहब ने आसा की वार च उदाहरण दिती है ना, सिमल रुख सरायरा अत दीरघ अत मुच, ओए जे आवे आस कर जाहे निरासे कित, हल फिके फुल बकबके कम ना आवे पत। फिर कहते मिठत नीवी नानका हुण चंगियाइयां तत। असल कहानी ये है भी सिमल दे रुख वर्गा ना बन, जिहदे कोल गुण है ही कोई नहीं। सोहना बहुत है, खूबसूरत बहुत है, अंदर गुण पैदा कर, चंगे माड़े की पछाण पैदा कर। ते जिहड़े चंगे माड़े की पछाण पैदा कर लेंदे हन, सतगुरु जी कहंदे ने वो मनुख फिर जिन्हां नूं पछाण हो जाती है, फिर अगे गुरमुख पर विरत नर विरत पछाणे। पर विरत अर्थ है ग्रहण करना, निविरत अर्थ हुंदा त्यागना। पिछे भी आपां इहदी विचार कीती है। प्रवृत्ति ते निवृत्ति, प्रवृत्ति घर विच रह के, निवृत्ति छड्ड के त्याग के। भाव प्रवृत्ति का अर्थ है त्यागना, ग्रहण करना, ते निवृत्ति का अर्थ है त्यागना। हुण त्यागना की है, समझ के आउंदी है जिहड़े गुरु की शरण ही पै जांदे ने। गुरु साहब कहंदे ने चांदना चांदन नीका, चांदना चांदन आंगन, प्रभ जियो अंतर चांदना। गुरु पातशाह कहते देखो चानना ही करना है, ये दीवियां दे चानन बाहर की रोशनी तो थोड़ी चली है, गल समझ आ गई। अंदर चानन कर, तो अंदर का चानन कर। कहते ने आराधना आराधन नीका, हर हर नाम आराधना। जे तू आराधना है ना, परमेश्वर की बंदगी कर, दुनिया के नाम ना जप, दुनिया दी वड्याइयां ना कर। जे आराधना करनी है तो एक मालिक की आराधना कर। त्यागना त्यागन नीका, काम क्रोध लोभ त्यागना। त्यागना रहा छड़, ये भी समझ आई हुण। फिर पातशाह जी ने कहा मांगना मांगन नीका, हर जस गुर ते मांगना। ये उन्हें समझे है ना जिन्हें चंगे ते माड़े की परख कर ली, सारा अफसर की जो सोझी हो गई। नहीं तो साडियां तो मंगा ही होर ने, असीं तो मंगदे होर कुछ हाँ। गुरु साहब साडी मंग दी जदों गल कहंदे ने, हर जस गुर ते मंगना की गल कर। ये मंगना सब तो वधिया है, मंगना चंगी बात नहीं, पर जे मंगना है हरी जस मंग, जेड़ा सब तो वधिया मंगना है। फिर कहते ने जागना जागन नीका, हर कीर्तन में जागना। जे जागना ही है तो वाहिगुरू की याद में जाग, उहदी याद भी जाग। इसलिए सुचेत होना इहनूं ही कहंदे ने, जागना तो सुचेत होना। वाहिगुरू की बंदगी नाल गल नूं सुचेत हो, लागना लागन नीका, गुर चरनी मन लागना। जे जोड़नी है सुरत तो उस परमेश्वर के दर ते जोड़। ये विद तिसे प्राप्त पर जाके मस्तक भागना। कहो नानक तिस सब किछ नीका, जो प्रभ की शरणागत। जेड़े प्रभु की शरण विच पै जाते हैं, गुरमुख हो जाते हैं, गुरमत अनुसारी बन जाते हैं, उन्होंने ये मंगण की जांच आ जाती है, उन्होंने आराधन की जांच आती है, उन्होंने जागण की जांच आती है, उन्होंने पहनण की जांच आती है, उन्होंने खाण की जांच आ जाती है। जेड़े गुरु की सिक्ख्या लै लैंदे हन, गुरु दे नाल जुड़ जाते हैं, उन्होंने चंगे तां माड़े की परख करने की भी जांच आ जाती है। एक बड़ी वधिया उदाहरण माझ की वार दे विच गुरु पातशाह गुरु नानक साहब ने दिती। एक पंक्ति बड़ी कमाल की गुरु साहब जी ने लिखी है, कहते तुमी तुमा विस अक तूरा निम फल। तो हुण किन्ने जिक्र किते पातशाह ने, तुमी तुमा विस अक तूरा निम फल। ये सारियां वस्तु कौड़ियां ने,
ਵੀ ਤੁਮੀ ਵੀ ਕੌੜੀ ਹੈ, ਤੁਮਾ ਵੀ ਕੌੜਾ ਹੈ, ਜ਼ਹਿਰ ਵੀ ਕੌੜੀ ਹੈ, ਅੱਕ ਵੀ ਕੌੜਾ ਹੈ, ਤੇ ਧੂਰਾ ਵੀ ਕੌੜਾ ਹੈ, ਨਿੰਮ ਵੀ ਕੌੜੀ ਹੈ, ਨਮੋਲੀ ਵੀ ਬੜੀ ਕੌੜੀ ਹੈ, ਭਾਵੇਂ ਗੁਣਕਾਰੀ ਵੀ ਹੋਵੇ ਪਰ ਕੌੜੀ ਤਾਂ ਬੜੀ ਹੈ। ਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਮਨਮੁਖ ਵਸੇ ਤਿਸ, ਜਿਹੜੇ ਗੁਰਮੁਖ ਅਨੁਸਾਰੀ ਨਹੀਂ ਹੋਏ, ਗੁਰਮੁਖ ਨਹੀਂ ਬਣੇ, ਗੁਰਮਤਿ ਅਨੁਸਾਰੀ ਨਹੀਂ ਚੱਲੇ, ਉਹ ਜ਼ਿੰਦਗੀ ਦੇ ਇਹਨਾਂ ਔਖੇ ਜਿਹੜੀਆਂ ਚੀਜ਼ਾਂ ਕੌੜੀਆਂ ਨੇ ਉਹਨਾਂ ਨੂੰ ਖਾਂਦੇ ਨੇ। ਭਾਵ ਜੋ ਤਿਆਗਣੀਆਂ ਸੀ ਉਹ ਤਿਆਗੀਆਂ ਨਹੀਂ। ਇੱਥੇ ਹੁਣ ਕੋਈ ਨਿੰਮ ਜਾਣਨ ਦੀ ਗੱਲ ਨਹੀਂ ਹੈ, ਵਿੱਚ ਭਾਵ ਅਰਥ ਕੀ ਹਨ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਕੌੜੇ ਜਜ਼ਬੇ ਹਨ, ਇਹਨਾਂ ਤੇ ਕਾਬੂ ਪਾਉਣਾ ਸੀ, ਇਹ ਕਾਬੂ ਨਹੀਂ ਪਾ ਸਕੇ। ਮਨਮੁਖ ਵਸੇ ਤਿਸ, ਉਹ ਤਾਂ ਉਹਦੇ ਮਨਮੁਖ ਜਿਹੜੇ ਮਨ ਦੀ ਮੱਤ ਪਿੱਛੇ ਚੱਲਦੇ ਹਨ, ਜਿਸ ਤੂੰ ਚਿਤ ਨਾ ਆਵਈ, ਜਿਨ੍ਹਾਂ ਦੇ ਚਿਤ ਵਿੱਚ ਤੂੰ ਨਹੀਂ ਵਸਦਾ। ਵੀ ਨਾਨਕ ਕਹੀਏ ਕਿਸ, ਉਹ ਕਿਹਨੂੰ ਕਹੀਏ ਜਾ ਕੇ, ਉਹਨਾਂ ਦੀਆਂ ਬੇਦਨਾ ਕਿਹਦੇ ਅੱਗੇ ਦੱਸੀਏ। ਕਹਿੰਦੇ ਨੇ ਹੰਡਨ ਕਰਮਾਂ ਬਾਹਰੇ, ਵੀ ਉਹ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਤੇ ਪਾਤਰ ਹੀ ਨਹੀਂ ਬਣੇ, ਤੇ ਉਹਨਾਂ ਦੇ ਕਰਮਾਂ ਦੀ ਕਹਾਣੀ ਕਿਹਨੂੰ ਜਾ ਕੇ ਦੱਸੀਏ, ਕਿਉਂਕਿ ਉਹਨਾਂ ਨੇ ਗੁਰਮੁਖਤਾ ਦੀ ਗੱਲ ਸਿੱਖੀ ਨਹੀਂ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਮਝਾਈ ਹੈ, ਇੱਕ ਤਰਲਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ। ਕਹਿੰਦੇ ਨੇ ਸਤਿਗੁਰ ਪੁਰਖ ਮਿਲਾਏ, ਅਵਗਨ ਵਿਕਣਾ ਗੁਣ ਰਵਾ, ਬਲ ਰਾਮ ਜੀਓ। ਸੂਹੀ ਰਾਗ ਦਾ ਬਚਨ ਹੈ, 773 ਅੰਕ ਤੇ ਸਤਿਗੁਰੂ ਜੀ ਦੇ ਪਾਵਨ ਵੀ ਬਚਨ ਨੇ। ਸਤਿਗੁਰ ਪੁਰਖ ਮਿਲਾਏ, ਵੀ ਮੈਨੂੰ ਮਿਲਾ ਗੁਰੂ, ਤਦ ਕਿ ਮੈਂ ਔਗਣਾ ਨੂੰ ਤਿਆਗ ਦਿਆਂ, ਗੁਣ ਗ੍ਰਹਿਣ ਕਰਾਂ, ਗੁਨਾ ਨਾ ਜੁੜਾਂ। ਗੁਣ ਰਵਾਂ ਬਲਰਾਮ ਜੀਓ, ਹਰ ਹਰ ਨਾਮ ਧਿਆਏ, ਗੁਰਬਾਣੀ ਨਿਤ ਚਮਾ, ਬਲ ਰਾਮ ਜੀਓ। ਇਹ ਗੁਣ ਹੈ ਨਾ, ਗੁਰਬਾਣੀ ਨਿਤ ਚਮਾ, ਨਿਤ ਗੁਰੂ ਦੀ ਗੱਲ ਕਰਾਂ, ਗੁਰੂ ਨਾਲ ਜੁੜਾਂ, ਗੁਰੂ ਦੇ ਬਚਨਾਂ ਤੇ ਜੁੜਾਂ। ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਵਿਕਾਰ ਗਵਾਇਆ। ਗੁਰੂ ਦੇ ਅਨੁਸਾਰੀਆਂ ਨੂੰ ਜਦੋਂ ਗੁਰਬਾਣੀ ਮਿੱਠੀ ਲੱਗਦੀ ਹੈ ਨਾ, ਪਾਪ ਵਿਕਾਰ ਸਭ ਉਹਨਾਂ ਦੇ ਦੂਰ ਹੋ ਜਾਂਦੇ ਹਨ। ਚੰਗੇ ਮਾੜੇ ਦੀ ਪਰਖ ਕਰ ਲਈ। ਸਤਿਗੁਰੂ ਕਹਿੰਦੇ ਨੇ ਫਿਰ ਉਹਨਾਂ ਦਾ ਹਉਮੈ ਰੋਗ ਵੀ ਚਲਾ ਜਾਂਦਾ ਹੈ। ਹਉਮੈ ਰੋਗ ਗਿਆ, ਭਉ ਭਾਗਾ ਸਹਿਜੇ ਸਹਿਜ ਮਿਲਾਇਆ। ਹਉਮੈ ਦਾ ਰੋਗ ਵੀ ਦੂਰ ਹੈ, ਅੰਦਰ ਜਿਹੜੀ ਮੈਂ ਸੀ ਨਾ ਮੁੱਕ ਗਈ ਸਾਰੀ, ਹਉਮੈ ਦੀਆਂ ਗੱਲਾਂ ਖਤਮ ਹੋ ਗਈਆਂ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਇਹ ਜਿਹੜੇ ਨੇ ਨਿਵਰਤ ਤੇ ਪ੍ਰਵਿਰਤ, ਕੀ ਛੱਡਣਾ ਕੀ ਤਿਆਗਣਾ, ਇਹ ਗੱਲ ਗੁਰੂ ਅਨੁਸਾਰੀ ਹੋਇਆ ਸਮਝ ਆਉਂਦੀ ਹੈ। ਗੁਰਮੁਖ ਤਾਰੇ ਪਾਰ ਉਤਾਰੇ, ਜਿਹੜੇ ਗੁਰੂ ਅਨੁਸਾਰੀ ਹਨ ਉਹਨਾਂ ਨੂੰ ਉਹ ਆਪ ਸੰਸਾਰ ਭਵਜਲ ਤੋਂ ਪਾਰ ਹੋ ਕੇ ਦੂਜਿਆਂ ਨੂੰ ਵੀ, ਹੋਰਨਾਂ ਨੂੰ ਵੀ ਸੰਸਾਰ ਭਵਜਲ ਤੋਂ ਪਰਲੇ ਪਾਸੇ ਲੈ ਜਾਂਦੇ ਹਨ। ਜੋ ਸੱਜਣ ਦਾ ਸਾਡਾ ਦੂਰ ਵਸਦਾ ਹੈ। ਗੁਰੂ ਮਹਾਰਾਜ ਤੁਕ ਨੇ, ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਚ ਇੱਕ ਵਚਨ ਲਿਖ ਕੇ ਗੱਲ ਸਮਝਾਈ। ਕਹਿੰਦੇ ਨੇ ਪਾਰ ਸਾਜਨ ਅਪਾਰ ਪ੍ਰੀਤਮ, ਪਾਰ ਸਮੁੰਦਰ ਦੇ ਪਰਲੇ ਪਾਸੇ ਦੂਜੇ ਕਿਨਾਰੇ ਦੇ ਉੱਤੇ, ਤੇ ਪਾਰ ਕੌਣ ਲੰਘਦਾ? ਗੁਰ ਸ਼ਬਦ ਸੁਰਤ ਲੰਘਾਵੇ। ਜਦੋਂ ਸੁਰਤ ਸ਼ਬਦ ਵਿੱਚ ਜੁੜਦੀ ਹੈ ਨਾ, ਸੰਸਾਰ ਭਵਜਲ ਤੋਂ ਪਾਰ ਹੋ ਜਾਈਦਾ ਹੈ। ਮਹਾਰਾਜ ਦਾ ਬਚਨ 1112 ਅੰਕ ਤੇ ਹੈ, ਗੁਰੂ ਨਾਨਕ ਦੇਵ ਮਹਾਰਾਜ ਦਾ। ਵੀ ਕਹਿੰਦੇ ਨੇ ਪਾਰ ਸਾਜਨ ਅਪਾਰ ਪ੍ਰੀਤਮ, ਗੁਰ ਸ਼ਬਦ ਸੁਰਤ ਲੰਘਾਵੇ, ਮਿਲ ਸਾਧ ਸੰਗਤ ਕਰੇ ਰਲੀਆਂ, ਫਿਰ ਨਾ ਪਛਤਾਵੇ। ਗੁਰਮੁਖ ਦੀ ਗੱਲ ਕੀਤੀ, ਪਾਰ ਉਤਾਰਨ ਦੀ ਗੱਲ ਕੀਤੀ ਹੈ। ਕਹਿੰਦੇ ਕਰ ਦਿਆ ਦਾਨ ਦਿਆਲ ਸਾਚਾ, ਹਰ ਨਾਮ ਸੰਗਤ ਪਾਉ, ਨਾਨਕ ਪਿਅੰਪੈ ਸੁਣੋ ਪ੍ਰੀਤਮ, ਗੁਰ ਸ਼ਬਦ ਮਨ ਸਮਝਾਵੋ। ਮੈਂ ਨਾਨਕ ਦੀ ਬੇਨਤੀ ਤਰਲਾ ਹੈ ਤੇਰੇ ਦਰ ਦੇ ਉੱਤੇ, ਜੋਦੜੀ ਹੈ ਮੇਰੇ ਮਾਲਕਾ, ਮੈਨੂੰ ਇਹ ਬੁੱਧ ਦੇ, ਮੈਂ ਪਾਰਲੇ ਪਾਰ ਪ੍ਰੀਤਮ ਨੂੰ ਜਾ ਕੇ ਦਰਸ਼ਨ ਕਰ ਲਵਾਂ, ਦੀਦਾਰ ਕਰ ਲਵਾਂ, ਦੇਖ ਲਵਾਂ। ਤੋ ਸਾਹਿਬ ਜੀ ਬਚਨ ਕਰਦੇ ਨੇ, ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਗੁਰੂ ਪਾਤਸ਼ਾਹ ਬਚਨ ਕਰਦੇ ਵੀ ਜਿਹੜਾ ਗੁਰੂ ਦੀ ਸਿੱਖਿਆ ਤੇ ਤਰਨ ਵਾਲਾ, ਉਹ ਸ਼ਬਦ ਦੇ ਰਾਹੀਂ ਆਪ ਵੀ ਤਰ ਜਾਂਦਾ ਹੈ, ਦੂਜਿਆਂ ਨੂੰ ਵੀ ਤਾਰ ਲੈਂਦਾ ਹੈ।
गुरु साहब सच्चे पातशाह जी ने ये गल समझाई, तिनका काड़ा अंदेसा सब लायो न, जिनी सतगुर पुरख ध्याया, जन नानक नाम आराध्या, आप तरया सब जगत तराया। जो गुरु की शरण पै गया, आप संसार भरजल तो पार होया और बाकी संसार भरजल दे विच भी जिहड़े सन उन्हां नूं पार कर दिता। सतगुरु महाराज दीआं इस 27 तो 31 तक जिहड़ियां पौड़ियां सन, इन्हां विच गुरु जी ने गुरमुख दा, गुरु अनुसारी होए सिख दे जां गुरु अनुसारी होए व्यक्ति दा जिक्र कीता। संखेप ਵਿੱਚ ਆਪਾਂ ਸਿਰ 2-4 ਮਿੰਟਾਂ ਦੀ ਵਿਚਾਰ ਕਰ ਲਈਏ। ਜਿਹੜਾ ਗੁਰੂ ਪਾਤਸ਼ਾਹ ਨੇ ਇਹ ਸਾਨੂੰ 5 ਪੌੜੀਆਂ 'ਚ ਗੱਲ ਦਿੱਤੀ ਵੀ ਗੁਰਮੁਖ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਭਾਵ ਹੁੰਦਾ ਹੈ, ਉਸਦੇ ਭੈ ਦੀ ਨਹੀਂ ਉਹ ਅੰਮ੍ਰਿਤ ਵੇਲੇ ਉੱਠਦਾ ਹੈ, ਸਾਈਂ ਦੇ ਸਿਮਰਨ ਵਿੱਚ ਲੀਨ ਹੁੰਦਾ ਹੈ। ਵਾਹਿਗੁਰੂ ਗੁਰਮੰਤਰ ਨਿਤਨੇਮ ਦਾ ਪਾਠ ਗੁਰਬਾਣੀ ਦੇ ਉਪਦੇਸ਼ ਦੁਆਰਾ ਅਘੜ ਮਨ ਨੂੰ ਉਹ ਘੜ ਲੈਂਦਾ ਹੈ, ਭਾਵ ਅਸਾਧ ਮਨ ਨੂੰ ਉਹ ਸਾਧ ਲੈਂਦਾ ਹੈ। ਜਿਹੜਾ ਅਸਾਧਿਆ ਹੋਇਆ ਮਨ ਸੀ, ਆਪਾਂ ਘੜ ਘੜਾਵੇ ਦੀ ਗੱਲ ਕੀਤੀ ਹੈ ਪਿੱਛੇ। ਗੁਰਮੁਖ ਜਿਹੜੇ ਗੁਰੂ ਅਨੁਸਾਰੀ ਹਨ, ਉਹ ਗੁਰੂ ਦੇ ਸ਼ਬਦ ਦੀ ਸਿੱਖਿਆ ਤੇ ਪ੍ਰਭਾਵ ਨੂੰ ਆਪਣੇ ਅੰਦਰ ਧਾਰਨ ਕਰਦੇ ਹਨ। ਗੁਰੂ ਦੀ ਪ੍ਰੇਰਨਾ ਦੁਆਰਾ ਉਹ ਕਰਮਸ਼ੀਲ ਰਹੇ ਹੋ ਕੇ ਆਪਣੀ ਜ਼ਿੰਦਗੀ ਦੀ ਉਸਾਰੀ ਕਰਦੇ, ਇੱਕ ਅਜਿਹਾ ਦਰਸ਼ਕ ਮਨੁੱਖੀ ਸਰੂਪ ਪੇਸ਼ ਕਰਦੇ ਨੇ ਜਿਸ ਤੋਂ ਪ੍ਰੇਰਿਤ ਹੋ ਕੇ ਅਨੇਕਾਂ ਹੀ ਹੋਰ ਵੀ ਜਿਹੜੇ ਹਨ ਉਹ ਆਪਣਾ ਜੀਵਨ ਬਦਲ ਸਕਦੇ ਹਨ। ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਨੂੰ ਗੁਰਮੁਖ ਦੀ ਪਦਵੀ ਦਿੱਤੀ ਹੈ ਜੋ ਸੱਚੀ ਕਾਰ ਕਮਾਉਂਦਾ ਹੈ। ਗੁਰਮੁਖ ਹੋਏ ਸੋ ਹੁਕਮ ਪਛਾਣੇ, ਮਾਨੇ ਹੁਕਮ ਸਮਾਏ ਦਾ, ਜਿਹੜਾ ਹੁਕਮ ਵਿੱਚ ਲੀਨ ਹੋ ਜਾਂਦਾ ਹੈ। ਗੁਰਮੁਖ ਖਾਂਦਾ ਪੀਂਦਾ, ਦੁਨਿਆਵੀ ਕਾਰ ਵਿਹਾਰ ਕਰਦਾ, ਸਮਾਜ ਵਿੱਚ ਵਿਚਰਦਾ, ਨਾਮ ਵਿੱਚ ਜੁੜਿਆ ਰਹਿੰਦਾ ਹੈ। ਨਾਮ ਤੋਂ ਨਿਮਰਤਾ ਦੀ ਪੂੰਜੀ ਨਾਲ ਉਹ ਮਾਲੋ ਮਾਲ ਹੋ ਜਾਂਦਾ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਉਹਦੇ ਅੰਦਰ ਗੁਣ ਆ ਜਾਂਦੇ ਹਨ। ਉਹ ਫਿਰ ਆਪਣੇ ਹੱਕ ਦੀ ਕਿਰਤ ਕਰਦਾ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿਸੇ ਹੋਰ ਦਾ ਹੱਕ ਖਾਣਾ ਗੁਰਮਤਿ ਅਨੁਸਾਰੀ ਹੋਣ ਦੇ ਵਿੱਚ ਵੱਡੀ ਰੁਕਾਵਟ ਹੈ। ਆਸਾ ਵਿੱਚ ਨਿਰਾਸ਼ ਰਹਿੰਦਾ ਹੈ। ਗੁਰਮੁਖ ਦਾ ਆਸਰਾ ਕੇਵਲ ਗੁਰੂ ਦਾ ਸ਼ਬਦ ਹੁੰਦਾ ਹੈ। ਉਹ ਦੁਨਿਆਵੀ ਹਾਵਾਂ ਭਾਵਾਂ, ਵਿਸ਼ੇ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਹਿ ਸਾਣੇ ਦਾ ਸੁਭਾਅ ਬਣ ਜਾਂਦਾ ਹੈ। ਗੁਰਮੁਖ ਦੇ ਦਰਸ਼ਨ ਦੀ ਝਲਕ ਵਿੱਚੋਂ ਹੀ, ਉਹਦੇ ਜੀਵਨ ਚੋਂ ਹੀ, ਉਹਦੇ ਦਰਸ਼ਨਾਂ ਵਿੱਚੋਂ ਹੀ ਦਿਸਦੀ ਨਜ਼ਰ ਆਉਂਦੀ ਹੈ। ਖਿਆਲ ਕਰਨਾ, ਕਿਉਂਕਿ ਗੁਰਮੁਖ ਉਸ ਵਾਹਿਗੁਰੂ ਦੇ ਪਿਆਰ ਸਦਕਾ ਸੰਸਾਰ ਵਿੱਚ ਨਿਰਵਿਕਾਰ ਹੋ ਕੇ ਵਿਚਰਦਾ ਹੈ। ਗੁਰਮੁਖ ਨੂੰ ਗਿਆਨ ਦ੍ਰਿੜ ਹੁੰਦਾ ਹੈ। ਧਰਤੀ ਉੱਤੇ ਉਹ ਧਰਮ ਤੇ ਪਰਉਪਕਾਰ ਕਮਾਉਣ ਲਈ ਆਪਣੇ ਜੀਵਨ ਦਾ ਆਦਰਸ਼ ਸਮਝ ਲੈਂਦਾ। ਆਤਮ ਤੱਤ ਦੀ ਸੋਝੀ ਹੁੰਦੀ ਹੈ। ਸ਼ਬਦ ਦੀ ਕਮਾਈ ਤੋਂ ਬਿਨਾਂ ਰੱਬੀ ਦਰਗਾਹ ਵਿੱਚ ਕੋਈ ਪੱਤ ਨਹੀਂ ਪੈਂਦੀ, ਇਹ ਗੱਲ ਉਹਨੂੰ ਸਮਝ ਆ ਜਾਂਦੀ ਹੈ। ਗੁਰਮੁਖ ਗੁਰੂ ਦੇ ਸ਼ਬਦ ਨਾਲ ਮਨ ਨੂੰ ਭੇਦਦਾ, ਜਾਣਦਾ, ਵਿੰਨ ਲੈਂਦਾ ਹੈ। ਇਸ ਲਈ ਉਹਦੀਆਂ ਸਿੱਧੀਆਂ ਦੀਆਂ ਬਾਹਰਲੀਆਂ ਤਾਕਤਾਂ ਵਿੱਚ ਨਹੀਂ ਫਸਦਾ। ਉਸਨੂੰ ਪ੍ਰਵਿਰਤੀ ਤੇ ਨਿਵਿਰਤੀ ਮਾਰਗ ਵੀ ਚੰਗੀ ਤਰ੍ਹਾਂ ਸੋਝੀ ਹੋ ਜਾਂਦੀ ਹੈ। ਆਪ ਸੱਚੇ ਮਾਰਗ ਤੇ ਚੱਲਦਾ ਹੈ ਤੇ ਦੂਜਿਆਂ ਨੂੰ ਵੀ ਸੱਚੇ ਮਾਰਗ ਤੇ ਚਲਾਉਂਦਾ ਹੈ। ਇਸ ਤਰ੍ਹਾਂ ਉਹ ਆਪ ਆਪਣੇ ਆਪ ਨੂੰ ਤਾਰਦਾ ਹੋਇਆ ਦੂਜਿਆਂ ਨੂੰ ਵੀ ਸੰਸਾਰ ਭਵਜਲ ਤੋਂ ਪਾਰ ਕਰਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਇੱਕ ਕਣੀ, ਕੇਵਲ ਆਸ਼ੀਰਵਾਦਾਂ ਦੇ ਕੇ ਨਹੀਂ, ਉਹ ਦੱਸਦਾ ਕਿ ਪਰਮੇਸ਼ਰ ਦੇ ਨਾਮ ਨਾਲ ਇਸ ਸੰਸਾਰ ਭਵਜਲ ਤੋਂ ਪਾਰ ਹੋ ਸਕੀਦਾ ਹੈ। ਪਰ ਪਰਮੇਸ਼ਰ ਦਾ ਨਾਮ ਜਿਹੜਾ ਗੁਰਮਤਿ ਅਨੁਸਾਰੀ ਬਣ ਕੇ ਉਹਦੇ ਹੁਕਮ ਵਿੱਚ ਰਜਾਈ ਵੀ ਤੁਰ ਕੇ ਹੀ ਗੱਲਬਾਤ ਬਣਦੀ ਹੈ। ਉਹ ਸਾਹਿਬ ਜੀ ਕਹਿੰਦੇ ਗੁਰਮੁਖ ਸੱਚੋ ਸੱਚ ਕਮਾਵੇ, ਗੁਰਮੁਖ ਨਿਰਮਲ ਮੈਲ ਨਾ ਲਾਵੇ, ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਇੰਦਾ। ਇਹ ਸਤਿਗੁਰੂ ਮਹਾਰਾਜ ਦੇ ਬਚਨ ਹਨ ਕਿ ਗੁਰਮੁਖ ਗੁਰਮਤਿ ਅਨੁਸਾਰੀ ਹੋ ਕੇ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ। ਗੁਰਮੁਖ ਦਾ ਲੋਕ ਪਰਲੇਖ ਸੁਹੇਲਾ ਹੋ ਜਾਂਦਾ ਹੈ। ਇਹਨੇ ਬਚਨ ਪ੍ਰਵਾਨ ਕਰਨੇ ਜੀ। ਕੋਈ ਭੁੱਲ ਚੁੱਕ ਦੀ ਸਾਰੇ ਖਿਮਾ ਬਖਸ਼ੋ ਜੀ। ਸਾਰੇ ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।